उस बेरहम ताए वालों उस निक्के जे मासूम नूं इस नहर दे विच उस वेले धक्का दिता जदों वो रात दा ही अपने ताए नाल घरों बाहर निकलिया सी। बच्चा तड़फ तड़फ के मरिया है, उन्होंने नहर 'ਚ धक्का दिता, तड़फिया तो बहुत होया, उन्हें आवाज़ा भी खोल दी होंगे पापा पापा, उन्होंने पापा कहता तो उन्हें आवाज़ा क्या होएगा पापा और बचा लो पापा बचा लो। पर उस बंदे ने ओदी जिवें देखिया ही नहीं, ਉਹਦਾ दर्द देखिया ही नहीं। इन्ना पत्थर दिल इंसान मैं नहीं कदे देखिया। बंदा दुश्मन नाल भी इदां नहीं करता जो उन्हें अपने नाल करता। ਇੱਥੇ ਪਹਿਲਾਂ ਫਲੋਰ ਲੈ ਕੇ ਗਿਆ, ਉੱਥੇ ਉਹਨੂੰ ਪਾਣੀ ਘੱਟ ਮਿਲਿਆ, ਫਿਰ ਉਹ ਬੁੱਢੇ ਨਾਲੇ ਤੇ ਲੈ ਆਇਆ। ਬੁੱਢੇ ਨਾਲੇ 'ਚ ਵੀ ਪਾਣੀ ਘੱਟ ਸੀ। ਦੋਵੇਂ ਜਣੇ ਘਰੋਂ ਲਾਪਤਾ ਨੇ ਤੇ ਭਰਾ ਨੂੰ ਵੀ ਪੁੱਛਣ ਦੀ ਨਹੀਂ ਕੋਸ਼ਿਸ਼ ਕੀਤੀ। ਕੀਤਾ ਜੀ, ਉਹਨੂੰ ਤਾਂ ਰਾਤ ਨੂੰ 3-4 ਫੋਨ ਕੀਤੇ ਜੀ, ਕਹਿੰਦਾ ਮੇਰੇ ਨਾਲ ਨਹੀਂ ਹੈਗਾ, ਮੈਂ ਅੰਮ੍ਰਿਤਸਰ ਜਾ ਰਿਹਾ ਵਾਂ। ਝੂਠ ਬੋਲਦਾ ਰਿਹਾ ਜੀ ਫੋਨ ਸਾਰੀ ਰਾਤ। ਜਦੋਂ ਪਤਾ ਲੱਗਿਆ ਕਿ ਉਹਨਾਂ ਨੇ ਧੱਕਾ ਦਿੱਤਾ, ਬਹੁਤ ਝਟਕਾ ਲੱਗਿਆ ਸਾਨੂੰ ਕਿ ਉਹਨਾਂ ਨੇ ਧੱਕਾ ਦਿੱਤਾ। ਜਾਂ ਤਾਂ ਹੁੰਦਾ ਦੋਨੋਂ ਖੁਦ ਵਿੱਚ ਡਿੱਗ ਜਾਂਦੇ, ਫਿਰ ਅਸੀਂ ਮੰਨ ਲੈਂਦੇ ਕਿ ਉਹ ਬਚਾਉਂਦੇ ਆਪ ਗਿਰ ਗਏ, ਬਟ ਉਹਨਾਂ ਨੇ ਉਹਨੂੰ ਧੱਕਾ ਦੇ ਕੇ ਆਪ ਵਾਪਸ ਆ ਗਏ। ਉਹ ਚੀਜ਼ ਨਹੀਂ ਬਰਦਾਸ਼ਤ ਹੋਈ ਸਾਡੇ ਤੋਂ। ਵਾਪਸ ਆ ਕੇ ਵੀ ਨਹੀਂ ਦੱਸਿਆ? ਆ ਕੇ ਉਹਨਾਂ ਨੇ ਕੁਛ ਨਹੀਂ ਦੱਸਿਆ। ਆ ਕੇ ਸਾਡੇ ਨਾਲ ਕਹਿੰਦੇ ਚਲੋ ਲੱਭਦੇ ਹਾਂ। ਜਦੋਂ ਘੁੰਮਿਆ ਨਾ, ਇੰਨੀ ਉਮੀਦ ਰੱਖੀ ਸੀ ਕਿ ਉਹ ਜ਼ਰੂਰ ਲੱਭੇਗਾ, ਵਾਪਸ ਆਏਗਾ ਨਾ। ਅਸੀਂ ਢੋਲ ਵਾਲੇ ਬੁਲਾਵਾਂਗੇ ਉਹਨੂੰ, ਢੋਲ ਨਾਲ ਉਹਦਾ ਵੈਲਕਮ ਕਰਾਂਗੇ, ਉਹਦਾ ਇੱਕ ਨਵਾਂ ਜਨਮ ਹੋਏਗਾ। ਸਾਨੂੰ ਨਹੀਂ ਪਤਾ ਸੀ ਉਹਨੇ ਇਸ ਹਾਲਾਤ 'ਚ ਘਰੇ ਵਾਪਸ ਆਉਣਾ। ਅੱਜ ਲੁਧਿਆਣਾ ਸ਼ਹਿਰ 'ਚ ਉਸ ਪਰਿਵਾਰ ਦੇ ਘਰ ਬੈਠੇ ਆ ਜਿਹੜਾ ਪਿਛਲੇ 5 ਦਿਨ ਪਹਿਲਾਂ ਇੱਕ ਬੜੀ ਜਿਹੜੀ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਵਾਪਰੀ ਸੀ ਕਿ 7 ਸਾਲ ਮਹਿਜ ਉਮਰ ਸੀ ਸਹਿਜਪ੍ਰੀਤ ਸਿੰਘ ਦੀ, ਜਿਹੜਾ ਕਿ ਆਪਣਿਆਂ ਦੀ ਜੇ ਕਹਿ ਲਈਏ ਕਿ ਦਰਿੰਦਗੀ ਦਾ ਸ਼ਿਕਾਰ ਹੋ ਗਿਆ। ਸੋ ਤਸਵੀਰਾਂ ਦੇਖੀਆਂ ਬੜੀਆਂ ਭਾਵੁਕ ਕਰਨ ਵਾਲੀਆਂ ਸੀ। ਮੇਰੇ ਕੋਲ ਤਾਂ ਕੋਈ ਲਫ਼ਜ਼ ਨਹੀਂ ਬਚਿਆ ਕਿ ਮੈਂ ਔਨ ਕੈਮਰਾ ਕੋਈ ਗੱਲਬਾਤ ਕਰ ਸਕਾਂ, ਪਰ ਪਰਿਵਾਰ ਨਾਲ ਸਵੇਰ ਦੇ ਬੈਠੇ ਆ, ਗੱਲਬਾਤ ਕੀਤੀ ਔਰ ਦਿਲ ਕੀਤਾ ਕਿ ਤੁਹਾਡੇ ਨਾਲ ਵੀ ਜ਼ਰੂਰ ਸਾਂਝਾ ਜਿਹੜਾ ਇਹ ਦੁੱਖ ਕੀਤਾ ਜਾਵੇ। ਗੁੜੀਆ ਮੇਰੇ ਨਾਲ ਹੈ, ਜਿਹਦਾ ਛੋਟਾ ਭਰਾ ਸੀ, ਉਹ ਬੜੇ ਚਾਵਾਂ ਆਸਾਂ ਅਤੇ ਉਮੀਦਾਂ ਨਾਲ ਉਹਨੂੰ ਉਹਦਾ ਪਾਲਣ ਪੋਸ਼ਣ ਹੋ ਰਿਹਾ ਸੀ। ਪਰਿਵਾਰ ਨੇ ਬੜਾ ਕੁਝ ਸੋਚਿਆ ਹੁੰਦਾ, ਪਰ ਉਹ ਗੱਲ ਹੈ ਕਿ ਖਬਰਾਂ ਤਾਂ ਰੋਜ਼ ਕਰੀਦੀਆਂ ਨੇ, ਪਰ ਕਈ ਵਾਰੀ ਹਾਲਾਤ ਅਜਿਹੇ ਬਣ ਜਾਂਦੇ ਆ ਕਿ ਸਮਝ ਨਹੀਂ ਆਉਂਦੀ ਗੱਲ ਕਿੱਥੋਂ ਸ਼ੁਰੂ ਕਰੀਏ ਅਤੇ ਕਿਵੇਂ ਜਿਹੜਾ ਇਹ ਦਰਦ ਆ ਇਹ ਵੰਡਾਇਆ ਜਾਵੇ। ਸੋ ਬੇਟਾ, ਦੁੱਖ ਬੜਾ ਵੱਡਾ ਹੈ। ਮੇਰੇ ਕੋਲ ਤਾਂ ਗੱਲ ਕੋਈ ਮੈਨੂੰ ਆ ਨਹੀਂ ਰਹੀ ਕਿ ਮੈਂ ਕੀ ਕਰਾਂ, ਕੀ ਕਹਾਂ ਤੁਹਾਨੂੰ। ਤੁਸੀਂ ਦੱਸੋ ਕਿ ਕੀ ਹੋਣਾ ਚਾਹੀਦਾ ਹੁਣ ਅੱਗੇ ਇਨਸਾਫ? ਬਸ ਦੇਖੋ, ਜਿੱਦਾਂ ਬੱਚਾ ਤੜਫ ਤੜਫ ਕੇ ਮਰਿਆ ਹੈ, ਉਹਨੂੰ ਨਹਿਰ 'ਚ ਧੱਕਾ ਦਿੱਤਾ, ਤੜਫਿਆ ਤਾਂ ਉਹ ਬਹੁਤ ਹੋਇਆ, ਉਹਨੇ ਆਵਾਜ਼ਾਂ ਵੀ ਖੋਲ ਦਿੱਤੀਆਂ ਹੋਣਗੇ ਪਾਪਾ ਪਾਪਾ, ਉਹਨਾਂ ਨੂੰ ਪਾਪਾ ਕਹਿੰਦਾ ਤਾਂ ਉਹਨੇ ਆਵਾਜ਼ਾਂ ਕਿਹਾ ਹੋਏਗਾ ਪਾਪਾ ਔਰ ਬਚਾ ਲਓ ਪਾਪਾ ਬਚਾ ਲਓ। ਪਰ ਉਸ ਬੰਦੇ ਨੇ ਉਹਦੀ ਜਿਵੇਂ ਦੇਖਿਆ ਹੀ ਨਹੀਂ, ਉਹਦਾ ਦਰਦ ਦੇਖਿਆ ਹੀ ਨਹੀਂ। ਇੰਨਾ ਪੱਥਰ ਦਿਲ ਇਨਸਾਨ ਮੈਂ ਨਹੀਂ ਕਦੇ ਦੇਖਿਆ। ਬੰਦਾ ਦੁਸ਼ਮਣ ਨਾਲ ਵੀ ਇੱਦਾਂ ਨਹੀਂ ਕਰਦਾ ਜੋ ਉਹਨੇ ਆਪਣੇ ਨਾਲ ਕਰਤਾ। ਮੈਂ ਚਾਹੁੰਦੀ ਹਾਂ ਉਹਨੂੰ ਕੜੀ ਤੋਂ ਕੜੀ ਸਜ਼ਾ ਮਿਲੇ, ਉਹਨੂੰ ਵੀ ਇੱਦਾਂ ਹੀ ਤੜਫਾ ਕੇ ਮਾਰਿਆ ਜਾਏ ਬਸ। ਸੋ ਬੇਟਾ, ਪਰਿਵਾਰ 'ਚ ਸਾਰੇ ਇਕੱਠੇ ਰਹਿ ਰਹੇ, ਕਦੀ ਇਹਦਾ ਅਨੁਭਵ ਨਹੀਂ ਹੋਇਆ ਕਿ ਇੰਨੀ ਨਫ਼ਰਤ ਪਾਲ ਕੇ ਬੈਠਾ ਹੈ ਕੋਈ ਸਾਡਾ ਆਪਣਾ ਹੀ ਸਾਡੇ ਲਈ? ਨਹੀਂ, ਬਿਲਕੁਲ ਨਹੀਂ, ਬਿਲਕੁਲ ਵੀ ਨਹੀਂ। ਇਨਫੈਕਟ ਉਹਨਾਂ ਦਾ ਸਹਿਜੂ ਨਾਲ ਤਾਂ ਬਹੁਤ ਜ਼ਿਆਦਾ ਸੀ। ਕਦੇ ਉਹਨੂੰ ਕਿਸੇ ਗੁਰਦੁਆਰੇ ਲੈ ਜਾਂਦੇ, ਚੱਲ ਚਲੀਏ, ਕਦੇ ਕਿਤੇ ਬਾਹਰ ਆਉਣਾ, ਉਹਨੇ ਪਿੱਛੇ ਚੜ੍ਹ ਜਾਣਾ, ਪਾਪਾ ਝੂਟਾ ਦੇ ਦਿਓ ਬਾਈਕ 'ਤੇ, ਕਦੇ ਪਾਪਾ 10 ਰੁਪਏ ਦਾ ਉਹ ਚੀਜ਼ ਲਿਆਉਣੀ, ਅਲਾ ਜਿਹਾ ਚੀਜ਼ ਲਿਆ। ਉਹਨਾਂ ਦੋਨਾਂ 'ਚ ਬਹੁਤ ਜ਼ਿਆਦਾ ਬੌਂਡਿੰਗ ਸੀਗੀ, ਬਟ ਫਿਰ ਵੀ ਪਤਾ ਨਹੀਂ ਕਿਉਂ ਇੱਦਾਂ ਇੰਨੀ ਨਫ਼ਰਤ ਕਿੱਥੋਂ ਆ ਗਈ ਉਹਨਾਂ ਦੇ ਮਨ 'ਚ ਕਿ ਉਹਨੂੰ ਖ਼ਤਮ ਹੀ ਕਰਤਾ ਉਹਨਾਂ ਨੇ। ਸੋ ਪਹਿਲਾਂ ਪਰਿਵਾਰ 'ਚ ਕੋਈ ਲੜਾਈ ਝਗੜਾ ਵੀ ਨਹੀਂ ਸੀ? ਨਹੀਂ, ਬਿਲਕੁਲ ਲੜਾਈ ਝਗੜਾ ਨਹੀਂ। ਕਿੰਨੇ ਸਾਲਾਂ ਤੋਂ ਜੁਆਇੰਟ ਫੈਮਿਲੀ ਆ, ਇਕੱਠੇ ਰਹਿ ਰਹੇ ਆ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਮੈਂ ਤਾਂ ਭਾਜੀ ਨਹੀਂ ਮੈਨੂੰ ਦੱਸਦੇ ਪਏ, ਰਿਸ਼ਤਾ ਵੀ ਦੂਰਾ, ਇੱਕ ਪਾਸੇ ਮਾਸੜ ਵੀ ਹੈ ਅਤੇ ਇੱਕ ਪਾਸੇ ਤਾਇਆ ਜੀ ਵੀ ਹੈ। ਫਿਰ ਵੀ ਕਿਉਂਕਿ ਕੋਈ ਉਸ ਤਰ੍ਹਾਂ ਲੜਾਈ ਝਗੜਾ ਹੋ ਜਾਵੇ, ਸੱਟ ਪੇਟ ਲੱਗ ਜਾਵੇ ਇੱਕ ਦੂਜੇ ਨੂੰ, ਉਹ ਤਾਂ ਗੱਲਾਂ ਆਮ ਹੋ ਜਾਂਦੀਆਂ ਨੇ, ਪਰ ਏਡੀ ਵੱਡੀ ਘਟਨਾ ਨੂੰ ਅੰਜਾਮ ਦੇ ਦੇਣਾ ਇਹ ਕਿਤੇ ਸਾਡਾ ਵੀ ਜਿਹੜਾ ਦਿਲ ਨਹੀਂ ਖਲੋਂਦਾ, ਸੋਚਣ ਲਈ ਮਜਬੂਰ ਕਰਦਾ ਕਿ ਆਖਰ ਹੋ ਕੀ ਗਿਆ। ਬਿਲਕੁਲ ਸਰ, ਬਿਲਕੁਲ ਕੁਛ ਵਿਸ਼ਵਾਸ ਹੀ ਨਹੀਂ ਹੋਇਆ। ਇੱਕੋਦਮ ਤਾਂ ਜਦੋਂ ਪਤਾ ਲੱਗਿਆ ਕਿ ਉਹਨਾਂ ਨੇ ਧੱਕਾ ਦਿੱਤਾ, ਬਹੁਤ ਝਟਕਾ ਲੱਗਿਆ ਸਾਨੂੰ ਕਿ ਉਹਨਾਂ ਨੇ ਧੱਕਾ ਦੇ ਦਿੱਤਾ। ਜਾਂ ਤਾਂ ਹੁੰਦਾ ਦੋਨੋਂ ਖੁਦ ਵਿੱਚ ਡਿੱਗ ਜਾਂਦੇ, ਫਿਰ ਅਸੀਂ ਮੰਨ ਲੈਂਦੇ ਕਿ ਉਹ ਬਚਾਉਂਦੇ ਆਪ ਗਿਰ ਗਏ, ਬਟ ਉਹਨਾਂ ਨੇ ਉਹਨੂੰ ਧੱਕਾ ਦੇ ਕੇ ਆਪ ਵਾਪਸ ਆ ਗਏ। ਉਹ ਚੀਜ਼ ਨਹੀਂ ਬਰਦਾਸ਼ਤ ਹੋਈ ਸਾਡੇ ਤੋਂ। ਵਾਪਸ ਆ ਕੇ ਵੀ ਨਹੀਂ ਦੱਸਿਆ? ਆ ਕੇ ਉਹਨਾਂ ਨੇ ਕੁਛ ਨਹੀਂ ਦੱਸਿਆ। ਆ ਕੇ ਸਾਡੇ ਨਾਲ ਕਹਿੰਦੇ ਚਲੋ ਲੱਭਦੇ ਹਾਂ। ਅਸੀਂ ਉਸ ਟਾਈਮ ਇੰਜਨ ਸ਼ੇਡ ਵਾਲੀ ਸਾਈਡ ਲੱਭਦੇ ਪਏ ਸੀ ਅਤੇ ਉੱਥੇ ਆਏ ਬਾਈਕ ਲੈ ਕੇ ਸਿੱਧਾ, ਕਹਿੰਦੇ ਲੱਭਿਆ? ਅਸੀਂ ਕਿਹਾ ਨਹੀਂ, ਅਸੀਂ ਕਿਹਾ ਇੱਕ CCTV ਦੇਖਿਆ ਮਹੱਲੇ 'ਚੋਂ ਅਤੇ ਉਹ ਸਾਈਕਲ ਚਲਾ ਰਹੇ ਤੁਹਾਡੇ ਪਿੱਛੇ ਬਾਈਕ 'ਤੇ ਜਾ ਰਿਹਾ। ਕਹਿੰਦੇ ਨਹੀਂ, ਹਾਂ ਆਇਆ ਸੀ ਮੇਰੇ ਪਿੱਛੇ, ਫਾਟਕਾ ਤੱਕ ਆਇਆ, ਮੈਂ ਉਹਨੂੰ 20 ਰੁਪਏ ਦੇ ਕੇ ਵਾਪਸ ਘਰੇ ਭੇਜਦਾ। ਫਿਰ ਮੈਂ 5 ਮਿੰਟ ਰੁਕਿਆ, ਮੈਂ ਉਹਨੂੰ ਪਿੱਛੇ ਮੁੜ ਕੇ ਦੇਖਿਆ, ਉਹ ਬਟ ਨਹੀਂ ਆ ਰਿਹਾ ਸੀ, ਮੈਂ ਆਪਣਾ ਚਲਾ ਗਿਆ ਅੱਗੇ।
ਸੋ ਭੈਣ ਜੀ, ਮੈਂ ਅੱਗੇ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਬਸ ਇਹਨਾਂ ਦੱਸ ਦਿਓ ਕਿ ਸਹਿਜ ਘਰੋਂ ਕਦੋਂ ਗਿਆ ਸੀ, ਤੁਹਾਡੇ ਨਾਲ ਕੋਈ ਗੱਲਬਾਤ ਹੋਈ ਸੀ? ਸਹਿਜ ਵੀਰਵਾਰ ਰਾਤ 9 ਵਜੇ ਗਿਆ ਘਰੋਂ। ਕੱਲਾ ਹੀ ਸੀ? ਹਾਂ ਇਕੱਲਾ ਹੀ ਸੀ। ਕਹਿੰਦਾ ਮੈਂ ਬਾਹਰ ਸਾਈਕਲ ਚਲਾ ਰਿਹਾ ਵਾਂ ਤੇ ਮੇਰੀ ਰੋਟੀ ਬਣਾ ਕੇ ਰੱਖੋ। 9:30 ਵਜੇ ਮੈਂ ਗੁੜੀਆਂ ਨੂੰ ਬਾਹਰ ਭੇਜਿਆ। ਮੈਂ ਕਿਹਾ ਉਹਨੂੰ ਬੁਲਾ ਲਿਆ। ਬਾਹਰ ਦੇਖਣ ਗਈ, ਹੈ ਹੀ ਨਹੀਂ ਸੀ ਕਿਤੇ ਵੀ। ਉਹਨੂੰ ਕੋਈ ਪਤਾ ਨਹੀਂ ਲੱਗਾ ਕਿੱਥੇ ਗਿਆ? ਕੋਈ ਪਤਾ ਨਹੀਂ ਲੱਗਾ ਕਿੱਥੇ ਗਏ। ਸੋ ਫਿਰ ਭਾਲਣ ਦੀ ਕੋਸ਼ਿਸ਼ ਕੀਤੀ? ਹਾਂ ਫਿਰ ਅਸੀਂ ਲੱਭਦੇ ਰਹੇ ਉਹਨੂੰ, ਸਾਰੇ ਪਾਸੇ ਦੇਖਿਆ। 10:30 ਪੌਣੇ 11 ਵਜੇ ਤੱਕ ਲੱਭਦੇ ਰਹੇ। ਫਿਰ 11 ਵਜੇ ਅਸੀਂ ਜਾ ਕੇ ਇਹਦੀ ਰਿਪੋਰਟ ਲਿਖਾ ਦਿੱਤੀ। ਰਿਪੋਰਟ ਲਿਖਾਉਣ ਤੋਂ ਬਾਅਦ ਪੁਲਿਸ ਨੇ ਕੋਈ ਕਾਰਵਾਈ ਕੀਤੀ? ਉਹ ਕਹਿੰਦੇ ਨਹੀਂ, ਤੁਸੀਂ 24 ਘੰਟੇ ਨਿਕੋ, ਫਿਰ ਅਸੀਂ ਕੁਛ ਕਰਾਂਗੇ। ਸੋ ਭਾਜੀ, ਤੁਸੀਂ ਮੇਰੇ ਲਾਗੇ ਆ ਜਾਓ, ਥੋੜਾ ਇੱਥੇ ਮੇਰੇ ਕੋਲ ਆ ਜਾਓ। ਮੇਰੀ ਮਜਬੂਰੀ ਬਣ ਗਈ ਹੈ, ਭਾਜੀ ਨੇ ਕਿਹਾ ਕਿ ਇਹਨੂੰ ਆਪਾਂ ਕੈਮਰੇ 'ਚ ਜ਼ਰੂਰ ਲੋਕਾਂ ਤੱਕ ਪਹੁੰਚਾਉਣਾ ਆ। ਸੋ ਇੱਕ ਸਕਾ ਭਰਾ ਹੈ ਤੇ ਭਰਾਵਾਂ ਦੇ ਉੱਤੇ ਬੜਾ ਮਾਣ ਹੁੰਦਾ ਹੈ ਕਿ ਸਾਡਾ ਸਾਰਾ ਪਰਿਵਾਰ ਦਾ ਪਾਲਣ ਪੋਸ਼ਣ ਸਾਡੇ ਸਾਰੇ ਰਲ ਮਿਲ ਕੇ ਕਰਨਾ ਹੈ। ਕਿਉਂ ਵਾਪਰ ਗਈ ਘਟਨਾ? ਮੈਂ ਗੁੜੀਆ ਕੋਲ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ, ਭਰਾਵਾਂ ਦੀ ਕੋਈ ਗੱਲਬਾਤ ਤੇ ਹੁੰਦੀ ਹੋਏਗੀ? ਨਹੀਂ ਜੀ, ਸਾਡੇ ਨਾਲ ਉਹਦਾ ਬਹੁਤ ਪਿਆਰ ਸੀ। ਉਹਨੇ, ਮੈਂ ਕਹਿੰਦਾ ਅਸੀਂ ਜ਼ਿੰਦਗੀ 'ਚ ਵੀ ਨਹੀਂ ਸੋਚ ਸਕਦੇ ਜੀ ਕਦੀ ਵੀ ਉਹਨੇ ਇਹ ਕੰਮ ਕਰ ਜਾਣਾ ਵੀ, ਨਹੀਂ ਤਾਂ ਅਸੀਂ ਆਪਣਾ ਬੱਚਾ ਕਦੀ ਵੀ ਨਾ ਉਹਦੇ ਨਾਲ ਭੇਜਦੇ ਜੀ। ਰਹਿੰਦੇ ਵੀ ਇੱਕੋ ਛੱਤ ਥੱਲੇ? ਹਾਂਜੀ, ਅਸੀਂ ਇੱਕੋ ਮਕਾਨ 'ਚ ਰਹਿੰਦੇ ਜੀ। ਉਹ ਉੱਪਰ ਰਹਿੰਦੇ, ਥੱਲੇ ਰਹਿੰਦੇ ਆ ਜੀ। ਕੋਈ ਮੈਂ ਨਾ ਭਾਈ ਸਾਹਿਬ ਨਾਲ ਗੱਲਾਂ ਕਰਦਾ ਪਿਆ ਸੀ, ਕਰਨੀਆਂ ਤੇ ਨਹੀਂ ਬਣਦੀਆਂ। ਕੋਈ ਪ੍ਰਾਪਰਟੀ ਦਾ ਵਿਵਾਦ ਸੀ ਕਿ ਇੱਕ ਨਫ਼ਰਤ ਇੰਨੀ ਮਨ 'ਚ ਆ ਗਈ ਕਿ ਮੇਰੇ ਬੱਚਾ ਨਹੀਂ ਹੈਗਾ ਤੇ ਇਹਨਾਂ ਦੇ ਕਿਉਂ ਹੈ? ਨਹੀਂ ਜੀ, ਬੱਚਿਆਂ ਨੇ ਪ੍ਰਾਪਰਟੀ ਦਾ ਨਹੀਂ ਕੋਈ ਵਿਵਾਦ ਸੀ। ਬੱਚੇ ਆਉਂਦੇ ਹੈਗੇ ਜੀ, 2 ਲੜਕੇ ਆਉਂਦੇ, 1 ਲੜਕੀ ਹੈਗੀ ਆਉਂਦੇ ਜੀ। ਕੋਈ ਇਦਾਂ ਦੀ ਨਹੀਂ ਕੋਈ ਗੱਲ, ਸੋਚਿਆ ਵੀ ਨਹੀਂ ਸੀ ਕਦੇ ਵੀ ਇਹ ਕੰਮ ਕਰ ਜਾਏਗਾ ਜੀ ਇਹ ਇਦਾਂ ਦਾ। ਸੋ ਲੋਕਾਂ ਨੇ ਬਾਹਰ ਇਹ ਅਫਵਾਹਾਂ ਬੜੀਆਂ ਫੈਲਾਈਆਂ ਸੀ ਕਿ ਉਹਨਾਂ ਦਾ ਕੋਈ ਬੱਚਾ ਨਹੀਂ ਸੀ, ਬੇਟਾ ਨਹੀਂ ਸੀ ਹੈਗਾ ਤੇ ਇੱਕੋ ਹੀ ਪਰਿਵਾਰ ਦਾ, ਸਾਰੇ ਪਰਿਵਾਰ ਦਾ ਇੱਕੋ ਹੀ ਬੱਚਾ ਸੀ। ਨਹੀਂ, ਸਾਡੇ ਇੱਕੋ ਇੱਕ ਸੀ ਜੀ। ਸਾਡੇ ਇੱਕੋ ਇੱਕ ਲੜਕਾ, ਮੇਰੀਆਂ 2 ਲੜਕੀਆਂ, 1 ਲੜਕਾ ਸੀ। ਉਹਨਾਂ ਦੇ ਤਾਂ 2 ਲੜਕੇ ਹੈਗੇ ਜੀ, 2 ਲੜਕੇ ਆ ਤੇ 1 ਲੜਕੀ ਹੈ ਉਹਨਾਂ ਦੀ। ਸੋ ਤੁਸੀਂ ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ, ਤੁਸੀਂ ਕਿਹਾ ਕਿ ਪੁਲਿਸ ਨੇ ਵੀ ਕਾਰਵਾਈ ਨਹੀਂ ਕੀਤੀ। ਸਾਨੂੰ ਕਹਿੰਦੇ 12 ਘੰਟੇ ਜਿਹੜਾ ਉਹ ਉਡੀਕ ਕਰੋ, ਤੇ ਬੱਚਾ 9 ਵਜੇ ਦਾ ਘਰੋਂ ਗਿਆ, ਸਵੇਰੇ ਉਹਨੂੰ ਧੱਕਾ ਦਿੱਤਾ ਜਾ ਰਿਹਾ। ਹਾਂਜੀ, ਇਹ ਪੁਲਿਸ ਜੇ ਉਦੋਂ ਪੁਲਿਸ ਕਾਰਵਾਈ ਕਰਦੀ ਜਾਂ ਰਾਤ ਨੂੰ ਤੇ ਬੱਚਾ ਸਾਡਾ ਲੱਭ ਜਾਣਾ ਸੀ ਜੀ, ਕਿਉਂਕਿ ਬੱਚਾ ਸਾਰੀ ਰਾਤ ਉਹਦੇ ਨਾਲ ਘੁੰਮਦਾ ਰਿਹਾ ਜੀ, ਉਹਨੂੰ ਘੁਮਾਉਂਦਾ ਰਿਹਾ। ਉਹਨੂੰ ਕਦੀ ਕਿਤੇ ਮਾਰਨ ਲੈ ਕੇ ਜਾਂਦਾ ਸੀ, ਕਦੀ ਕਿਤੇ ਮਾਰਨ ਜਾਂਦਾ ਸੀ, ਪਰ ਉਹਦਾ ਦਾਅ ਨਹੀਂ ਲੱਗ ਰਿਹਾ ਸੀ। ਫਿਰ ਉਸ ਤੋਂ ਬਾਅਦ ਉਹ ਕਟਾਣਾ ਸਾਹਿਬ ਗੁਰਦੁਆਰੇ ਵਾਲੀ ਨਹਿਰ 'ਤੇ ਲੈ ਕੇ ਗਿਆ। ਇੱਥੇ ਪਹਿਲਾਂ ਫਲੋਰ ਲੈ ਕੇ ਗਿਆ, ਉੱਥੇ ਉਹਨੂੰ ਪਾਣੀ ਘੱਟ ਮਿਲਿਆ। ਫਿਰ ਉਹ ਬੁੱਢੇ ਨਾਲੇ 'ਤੇ ਲੈ ਆਇਆ। ਬੁੱਢੇ ਨਾਲੇ 'ਚ ਵੀ ਪਾਣੀ ਘੱਟ ਸੀ। ਦੋਵੇਂ ਜਣੇ ਘਰੋਂ ਲਾਪਤਾ ਨੇ ਤੇ ਭਰਾ ਨੂੰ ਵੀ ਪੁੱਛਣ ਦੀ ਨਹੀਂ ਕੋਸ਼ਿਸ਼ ਕੀਤੀ? ਕੀਤਾ ਜੀ, ਉਹਨੂੰ ਤਾਂ ਰਾਤ ਨੂੰ 3-4 ਫੋਨ ਕੀਤੇ ਜੀ। ਕਹਿੰਦਾ ਮੇਰੇ ਨਾਲ ਨਹੀਂ ਹੈਗਾ, ਮੈਂ ਅੰਮ੍ਰਿਤਸਰ ਜਾ ਰਿਹਾ ਵਾਂ। ਝੂਠ ਬੋਲਦਾ ਰਿਹਾ ਜੀ ਫੋਨ ਸਾਰੀ ਰਾਤ। ਜੇ ਸਾਨੂੰ ਪਤਾ ਹੁੰਦਾ ਤਾਂ ਨਾਲ ਅਸੀਂ ਲੈ ਆਉਣਾ ਸੀ ਜਾ ਕੇ, ਜਿੱਥੋਂ ਮਰਜ਼ੀ ਲਿਆਂਦੇ ਰਾਤ ਨੂੰ। ਪਰ ਉਹਨੇ ਸਾਰੀ ਰਾਤ ਸਾਨੂੰ ਗੁੰਮਰਾਹ ਕੀਤਾ, ਸਵੇਰੇ ਵੀ ਗੁੰਮਰਾਹ ਕੀਤਾ। ਘਰੇ ਆ ਕੇ ਸਾਡੇ ਨਾਲ ਲੱਭਣ ਚਲਾ ਗਿਆ। ਤੁਹਾਨੂੰ ਤਾਂ ਵੀ ਨਹੀਂ ਸ਼ੱਕ ਹੋਇਆ ਜੀ ਉਹਦੇ 'ਤੇ? ਸੋ ਸ਼ੱਕ ਵੀ ਆਪਣੇ ਪਰਿਵਾਰਕ ਮੈਂਬਰਾਂ ਤੇ ਕੀ ਕਰੇ। ਭਾਜੀ, ਤੁਸੀਂ ਮੈਨੂੰ ਥੋੜ੍ਹਾ ਜਿਹਾ ਦੱਸਿਓ, ਲਾਗੇ ਆਇਓ ਮੇਰੇ, ਵੀ ਹੁਣ ਘਟਨਾ ਹੀ ਅਜਿਹੀ ਆ ਕਿ ਮੇਰੇ ਵੀ ਅੱਜ ਗੱਲ, ਮੈਂ ਉਹੀ ਆ ਵੀ ਗੱਲ ਕਿਵੇਂ ਕਰੀਏ, ਕੀ ਪਰਿਵਾਰ ਨੂੰ ਦਿਲਾਸਾ ਹੀ ਹੈ, ਪਰ ਇਹ ਘਟਨਾ ਵਾਪਰ ਕਿਵੇਂ ਗਈ? ਤੁਸੀਂ ਨੇੜੇ ਰਹਿੰਦੇ ਹੋ। ਭੱਟ ਸਾਹਿਬ, ਤੁਸੀਂ ਅਕਸਰ ਹੀ ਦੇਖਿਆ ਕਿ ਹਰ ਮੁੱਦੇ ਤੇ ਮੈਂ ਬੇਬਾਕ ਹੋ ਕੇ ਬੋਲਦਾ ਵਾਂ, ਬਟ ਅੱਜ ਮੇਰੇ ਖਿਆਲ ਨਾਲ ਮੇਰੇ ਕੋਲ ਅਲਫਾਜ਼, ਜਿੱਦਾਂ ਅਲਫਾਜ਼ਾਂ ਦੀ ਪਟਾਰੀ ਮੁੱਕ ਗਈ। ਅੱਜ ਉਹ ਗੱਲਾਂ ਸੁੱਝ ਨਹੀਂ ਰਹੀਆਂ। ਅੱਜ ਮੈਂ ਪਰਿਵਾਰ ਦੇ ਵਿੱਚ ਬੈਠਾ ਵਾਂ। ਉਸ ਦਿਨ ਵੀ ਜਿੱਦਣ ਸੰਸਕਾਰ ਸੀ, ਮੈਂ ਸਵੇਰ ਤੋਂ ਲੈ ਕੇ ਜਦ ਤੱਕ ਡੈੱਡ ਬੋਡੀ ਨਹੀਂ ਸਹਿਜ ਦੀ, ਮੈਂ ਇੱਥੇ ਰਿਹਾ ਵਾਂ। ਦਿਲ ਤਾਂ ਸੀ ਮੈਂ ਸੰਸਕਾਰ ਤੱਕ ਦਾ ਸਫ਼ਰ ਜਿਹੜਾ ਨਾ ਨਾਲ ਲੈ ਕੇ ਵੀਰ ਦੇ ਜਾਵਾਂ, ਬਟ ਕਿਤੇ ਨਾ ਕਿਤੇ ਆ ਭੈਣਾਂ ਦੀਆਂ ਚੀਕਾਂ, ਇਹਨਾਂ ਦਾ ਜਦੋਂ ਦਮ ਟੁੱਟਦਾ ਸੀ, ਘੁੱਟਦਾ ਸੀ, ਮੈਂ ਆਪਣੇ ਹੱਥੀਂ ਜਦੋਂ ਡੈੱਡ ਬੋਡੀ ਲੈ ਕੇ ਆਇਆ ਤੇ ਇਹਨਾਂ ਦੀ ਮਾਂ ਭੈਣ ਨੂੰ ਮੈਂ ਆਪਣੇ ਹੱਥੀਂ, ਜਦੋਂ ਇਹਨਾਂ ਨੂੰ ਕੁਝ ਹੋ ਗਿਆ ਤਾਂ ਮੈਂ ਆਟੋ 'ਚ ਲੱਦਿਆ, ਪਰ ਉਦੋਂ ਕਿਤੇ ਨਾ ਕਿਤੇ ਮੇਰੇ ਅੰਦਰ ਵੀ ਕੁਝ ਹੋ ਰਿਹਾ ਸੀ। ਮੈਨੂੰ ਹੈਰਾਨਗੀ ਇਸ ਗੱਲ ਦੀ ਹੋਣ ਡਈ ਆ ਕਿ ਅੱਜ ਇਹ ਮੁੱਦਾ ਇਹੋ ਜਿਹਾ ਵਾ ਕਿ ਸਾਡਾ ਕਟਾਸ ਕਰਨਾ ਨਹੀਂ ਬਣਦਾ, ਸਾਡਾ ਮੁੱਦੇ ਚੁੱਕਣਾ ਨਹੀਂ ਬਣਦਾ, ਕਿਸੇ ਨਾਲ ਕੋਈ ਰਾਜਨੀਤੀ ਕਰਨ ਦਾ ਇੱਥੇ ਮੁੱਦਾ ਨਹੀਂ ਆ। ਬਟ ਕਿਤੇ ਨਾ ਕਿਤੇ ਜਿਹੜੇ ਸਵਾਲ, ਜਿੱਦਾਂ ਹੁਣ ਆ ਬਜ਼ੁਰਗਾਂ ਨੇ ਰੋ ਕੇ ਔਨ ਕੈਮਰਾ ਮੇਰੇ ਤੋਂ ਪਹਿਲਾਂ ਇਹ ਗੱਲ ਕਹੀ ਆ ਕਿ ਜੇ ਪ੍ਰਸ਼ਾਸਨ 24 ਘੰਟੇ ਦਾ ਸਾਨੂੰ ਲਾਰਾ ਨਾ ਲਾਉਂਦਾ ਤੇ ਸਾਡਾ ਬੱਚਾ ਅੱਜ ਸਾਡੇ ਵਿੱਚ ਹੁੰਦਾ। ਇਹ ਅੱਜ ਮੈਨੂੰ ਬੜੇ ਦੁਖੀ ਹਿਰਦੇ ਨਾਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਪ੍ਰਸ਼ਾਸਨ ਨੂੰ, ਕਿਉਂਕਿ ਜੇ ਅਸੀਂ ਚੀਕ ਕੇ ਤੁਹਾਨੂੰ ਕਹੀਏ ਨਾ ਤਾਂ ਤੁਸੀਂ ਕਹਿੰਦੇ ਹੋ ਸਾਡੇ 'ਤੇ ਉਂਗਲ ਚੁੱਕਦਾ ਵਾ ਇਹ ਬੰਦਾ। ਇਹ ਬੰਦੇ ਨੂੰ ਬੋਲਣ ਦੀ ਅਕਲ ਨਹੀਂ ਹੈਗੀ, ਦਵਿੰਦਰ ਸਿੰਘ ਸੰਤ ਸਿਪਾਹੀ ਵਾਲੇ ਨੂੰ। ਪਰ ਮੈਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਵਾਂ, ਇਸ ਤੋਂ ਵੱਡੀ ਨਿਮਰਤਾ ਤਾਂ ਨਹੀਂ ਹੋ ਸਕਦੀ ਨਾ
ਜੇ ਮੇਰੇ ਹੱਥ ਜੋੜਨ ਦੇ ਨਾਲ, ਮੇਰੇ ਤਰਲੇ ਪਾਉਣ ਦੇ ਨਾਲ ਕਿਸੇ ਦੇ ਪਰਿਵਾਰ ਦਾ ਚਿਰਾਗ ਬਚਦਾ ਨਾ, ਤੇ ਕਿਰਪਾ ਕਰਕੇ ਬਚਾ ਲਓ, ਕਿਉਂਕਿ ਤੁਸੀਂ ਵੱਡੇ ਕਰਮ ਕੀਤੇ ਹੋਣਗੇ ਕਿ ਤੁਹਾਡੇ ਮੋਢੇ ਤੇ ਸਟਾਰ ਲੱਗੇ ਨੇ, ਪਰ ਜੇ ਤੁਹਾਡੇ ਮੋਢੇ ਦੇ ਸਟਾਰ ਕਿਸੇ ਦੇ ਚਿਰਾਗ ਬਚਾ ਸਕਦੇ ਤੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਬਚਾ ਲਓ, ਰੱਬ ਦਾ ਵਾਸਤਾ। ਜੇ ਕਿਹੜੇ ਕਾਨੂੰਨ ਦੇ ਵਿੱਚ ਇਹ ਲਿਖਿਆ ਵਾ ਕਿ ਇੱਕ ਬੱਚਾ ਘਰੋਂ ਗੁੰਮ ਆ, ਜਾਂ ਕਿਸੇ ਦਾ ਮਾਂ ਭੈਣ ਬੱਚਾ ਭੈਣ ਕੋਈ ਵੀ ਗੁੰਮਸ਼ੁਦਾ ਦੀ ਤੁਹਾਨੂੰ ਰਿਪੋਰਟ ਲਿਖਾਉਣ ਹੁੰਦਾ ਵਾ, ਤੇ ਤੁਸੀਂ ਮੂੰਹ ਪਾੜ ਕੇ ਇੰਨੀ ਗੱਲ ਕਹਿ ਦਿੰਦੇ ਹੋ ਕਿ 24 ਘੰਟੇ ਵੇਟ ਕਰ ਲਓ। ਔਨ ਦੀ ਸਪੋਰਟ ਤੁਹਾਡੇ ਕੋਲੋਂ ਜਿਹੜਾ ਉਹ ਕਾਰਵਾਈ ਨਹੀਂ ਹੁੰਦੀ ਕਿ ਚੱਲ ਬਜ਼ੁਰਗਾ ਤੇਰੇ ਨਾਲ ਚੱਲਦੇ ਆ, ਜੇ ਤੂੰ ਚੈਨ ਦੀ ਨੀਂਦ ਨਹੀਂ ਸੌਂਦਾ ਹੋਵਾਂਗਾ ਤੇ ਤੂੰ ਰਿਪੋਰਟ ਲਿਖਾਉਣਾ ਆ, ਅਸੀਂ ਚੈਨ ਦੀ ਨੀਂਦ ਸੌਂ ਜਾਾਂਗੇ। ਤੁਹਾਨੂੰ ਚੈਨ ਦੀ ਨੀਂਦ ਉਦਣ ਤੁਹਾਨੂੰ ਨੀਂਦ ਆਏਗੀ ਜਦੋਂ ਅਗਲਾ ਬੰਦਾ ਤੁਹਾਡੇ ਤੇ ਮਾਣ ਕਰਕੇ ਤੁਹਾਨੂੰ ਸੀਸ ਦੇ ਕੇ ਜਾਏਗਾ ਕਿ ਜਿਉਂਦਾ ਰਹਿ ਪੁੱਤਾ, ਅੱਜ ਤੇਰੇ ਕਰਕੇ ਅੱਜ ਮੇਰੇ ਘਰ ਦਾ ਚਿਰਾਗ ਬਚ ਗਿਆ। ਜਦੋਂ ਇਹ ਬਜ਼ੁਰਗ ਖੁਦ ਮੈਨੂੰ ਕਹਿ ਰਹੇ ਸੀ ਕਿ ਮੇਰੇ ਮਨ ਦੇ ਵਿੱਚ ਸੀ ਕਿ ਮੇਰੇ ਸਕੇ ਭਰਾ ਨੇ ਲੈ ਕੇ ਗਿਆ ਵਾ, ਅਸੀਂ ਕਰੇ ਤੇ ਸਾਨੂੰ 24 ਘੰਟੇ ਦਾ ਲਾਰਾ ਲਾਤਾ। ਜੇ ਉਸੇ ਹੀ ਦਿਨ ਜਦੋਂ ਖੁਦ ਕਹਿ ਰਹੇ ਸੀ ਤੇ ਉਹਦੀ ਲੋਕੇਸ਼ਨ ਰੱਖਦੇ ਤਾਂ ਮੇਰੇ ਖਿਆਲ ਨੇ ਕਟਾਣਾ ਸਾਹਿਬ ਦੇ ਵਿੱਚੋਂ ਪੁਲਿਸ ਨੇ ਉਹ ਬੱਚੇ ਨੂੰ ਜਿਹੜਾ ਨਾ ਜਿੰਦੇ ਨੂੰ ਫੜ ਲੈਣਾ ਸੀ। ਤੇ ਮੈਂ ਤੁਸੀਂ ਕਹਿ ਰਹੇ ਸੋ ਮੈਨੂੰ ਪਹਿਲਾਂ ਕਿ ਮੇਰਾ ਦਿਲ ਕਹਿੰਦਾ ਸੀ, ਪਰਿਵਾਰ ਨੂੰ ਕਿਹਾ ਕਿ ਉਹ ਹੋ ਸਕਦਾ ਵੀ ਮੇਰਾ ਦਿਲ ਕਹਿੰਦਾ ਕਿ ਆਪਣੇ ਤਾਏ ਨਾਲ ਨਾ ਗਿਆ ਹੋਵੇ। ਹਾਂਜੀ, ਉਹ ਕਿਉਂਕਿ ਨਾ ਬਾਹਰ ਕਿਸੇ ਦੇ ਨਾਲ ਉਹ ਉੱਪਰੇ ਬੰਦੇ ਨਾਲ ਜਾਂਦਾ ਨਹੀਂ ਸੀ ਜੀ। ਉਹ ਮੈਂ ਕਿਹਾ ਉਹ ਜੇ ਗਿਆ ਵਾ ਤੇ ਕੋਈ ਖਾਸ ਬੰਦੇ ਨਾਲ ਹੀ ਗਿਆ ਵਾ, ਘਰੇਲੂ ਮੈਂਬਰ ਨਾਲ। ਫਿਰ ਮੇਰਾ ਸ਼ੱਕ ਇਹਦੇ ਤੇ ਗਿਆ, ਮੈਂ ਕਿਹਾ ਵੀ ਇਹ ਵੀ ਨਹੀਂ ਹੈਗਾ ਘਰੇ ਤੇ ਲੜਕਾ ਵੀ ਨਹੀਂ ਹੈਗਾ, ਮੈਂ ਕਿਹਾ ਉਹਦੇ ਨਾਲ ਹੀ ਆ ਜੀ। ਮੈਂ ਸਾਰਿਆਂ ਨੂੰ ਕਿਹਾ ਆਂਦਿਆ ਵੀ ਉਹਦੇ ਨਾਲ ਆ। ਫਿਰ ਮੈਂ ਅਸੀਂ ਰਿਪੋਰਟ ਲਿਖਾਈ, ਅਸੀਂ ਇਹੀ ਕਿਹਾ ਉਹਨਾਂ ਨੂੰ ਉੱਥੇ, ਪਰ ਉਹ ਕਹਿੰਦੇ ਜੀ 24 ਘੰਟੇ ਪਹਿਲਾਂ ਵੇਟ ਕਰ ਲਓ, ਲੱਭ ਲਓ ਉਹਨੂੰ, ਫਿਰ ਅਸੀਂ ਕਾਰਵਾਈ ਕਰਾਂਗੇ ਜੀ। ਕਿਸੇ ਨੇ ਵੀ ਨਹੀਂ ਦੱਸਿਆ ਕਿ ਨਾਲ ਜਾਂਦਾ ਵੇਖਿਆ ਸੀ ਇਸ ਸਾਈਡ ਨੂੰ ਗਿਆ ਜਾਂ ਸਾਨੂੰ ਰਾਤ ਨੂੰ ਕਿਸੇ ਨੇ ਨਹੀਂ ਦੱਸਿਆ, ਸਵੇਰੇ ਦੱਸਿਆ ਜੀ ਸਾਨੂੰ। ਸਵੇਰੇ ਇੱਥੇ ਕੈਮਰੇ ਖੋਲ੍ਹੇ ਆ ਤਾਂ ਪਤਾ ਲੱਗਾ ਜੀ ਉਹਦੇ ਨਾਲ ਜਾ ਰਿਹਾ ਜੀ। ਮਤਲਬ ਇੱਥੋਂ ਘਰੋਂ ਲੈ ਕੇ ਗਏ ਨੇ? ਹਾਂਜੀ, ਇੱਥੋਂ ਪਿਛਲੇ ਇੱਥੋਂ ਗਲੀ ਦੇ ਵਿੱਚੋਂ ਨਾਲ ਬਿਠਾ ਕੇ ਉਹਨੂੰ ਲੈ ਗਏ ਜੀ ਮੋਟਰਸਾਈਕਲ 'ਤੇ। ਤਾਂ ਤੁਸੀਂ ਰੁਕ ਗਈ ਸੀ ਗੱਲ ਵਿੱਚ? ਭਾਜੀ ਗੱਲਾਂ ਤੇ ਬਹੁਤ ਨੇ, ਹੁਣ ਪਰਿਵਾਰ 'ਚ ਬੈਠੇ ਆ, ਗਿਲੇ ਸ਼ਿਕਵੇ ਵੀ ਅਸੀਂ ਆਪਣਿਆਂ ਨਾਲ ਕਰਨੇ ਆ, ਤੇ ਕਿਤੇ ਨਾ ਕਿਤੇ ਮੇਰਾ ਪ੍ਰਸ਼ਾਸਨ ਨਾਲ ਵੀ ਗਿਲਾ ਸ਼ਿਕਵਾ ਹੈਗਾ ਵਾ, ਕਿਉਂਕਿ ਮੈਂ ਕਹਿੰਦਾ ਵੀ ਮੈਂ ਡਰਦਾ ਨਹੀਂ ਕਿਸੇ ਕੋਲੋਂ, ਗੁਰੂ ਦਾ ਸਿੱਖ ਹਾਂ। ਪਰ ਪ੍ਰਸ਼ਾਸਨ ਨੇ ਸਾਡੇ ਵਾਸਤੇ ਇਹਨਾਂ ਲੋਕਾਂ ਨੂੰ ਤਾਇਨਾਤ ਕੀਤਾ ਗਿਆ ਵਾ, ਤੇ ਜਿਨ੍ਹਾਂ ਨੇ ਸਾਡੀ ਫਰਿਆਦ ਨਹੀਂ ਸੁਣਨੀ ਤਾਂ ਫਿਰ ਇਹਨਾਂ ਦੀ ਲੋੜ ਕੀ ਆ? ਫਿਰ ਮਾਂ ਦੇ ਨਾਲ ਘਰਾਂ 'ਚ ਬਹਿ ਜਾਣ। ਅੱਜ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਬੇਨਤੀ ਕਰਦਾ, ਭਗਵੰਤ ਮਾਨ ਜੀ, ਕਿ ਤੁਹਾਨੂੰ ਪੰਜਾਬੀਅਤ ਨੇ ਬਹੁਤ ਵੱਡੀ ਆਸ ਲੈ ਕੇ ਅੱਗੇ ਲੈ ਕੇ ਆਏ, ਪਰ ਜੇ ਤੁਸੀਂ ਵੀ ਉਹ ਚਿੱਟੇ ਕਬੂਤਰ ਤੇ ਗੋਲੇ ਕਬੂਤਰਾਂ ਵਰਗੇ ਨਿਕਲਣਾ ਨਾ, ਤਾਂ ਫਿਰ ਮਾफ़ ਕਰਨਾ, ਬਹੁਤਾ ਦੇਰ ਤੁਹਾਡੀ ਵੀ ਸਰਕਾਰ ਚੱਲਣ ਵਾਲੀ ਨਹੀਂ ਹੈਗੀ। ਬਦਲਾਅ ਦੇ ਨਾਂ ਤੇ ਤੁਸੀਂ ਲੋਕਾਂ ਤੋਂ ਵੋਟਾਂ ਲਈਆਂ ਏ, ਤਾਂ ਬਦਲਾਅ ਕਰਕੇ ਦਿਖਾਉਣਾ ਹੁਣ। ਸੋ ਪਰ ਮੈਨੂੰ ਇਹ ਦੱਸਿਓ ਕਿ ਬੱਚਿਆਂ ਦਾ, ਹੋਰ ਵੀ ਲੋਕਾਂ ਦੇ ਪਰਿਵਾਰਾਂ ਦੇ ਬੱਚੇ ਨੇ ਛੋਟੇ ਛੋਟੇ, ਫਿਰ ਉਹਨਾਂ ਨੂੰ ਉਹ ਸਾਰਿਆਂ ਦਾ ਦਿਲ ਸਹਿਮ ਜਾਂਦਾ। ਸਾਡੇ ਘਰੋਂ ਕਈ ਵਾਰੀ ਫੋਨ ਆ ਗਿਆ ਕਿ ਬੱਚੇ ਕਿੱਥੇ ਨੇ, ਉਹਨਾਂ ਦੀ ਹੁਣ ਉਹਨਾਂ ਦੇ ਬਚਾਅ ਲਈ, ਸਾਂਭ ਸੰਭਾਲ ਲਈ ਕੀ ਕੀਤਾ ਜਾਵੇ ਜਦੋਂ ਘਰ ਦੇ ਹੀ ਦੁਸ਼ਮਣ ਬਣ ਜਾਣ? ਦੇਖੋ ਬਾਠ ਸਾਹਿਬ, ਮੈਂ ਇਸੇ ਗੱਲ ਤੇ ਆ ਰਿਹਾ ਕਿ ਪਿੱਛੇ ਜੋ ਬੀਤ ਗਿਆ ਏ ਉਹ ਸਾਡੇ ਹੱਥੋਂ ਨਿਕਲ ਗਿਆ, ਪਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦੀ ਘਟਨਾ ਹੁੰਦੀ, ਆਪਾਂ ਉਹਨੂੰ ਤਾਂ ਬਚਾ ਸਕਦੇ ਹਾਂ ਯਾਰ। ਇੱਕ ਸਹਿਜ ਤਾਂ ਗਿਆ, ਇੱਕ ਸਹਿਜ ਜਿਹੜੀ ਉਹ ਮਾਂ ਦੀ ਕੁੱਖ ਤਾਂ ਕਰ ਗਿਆ ਵਿਹਲੀ, ਪਰ ਦੁਨੀਆ ਦੇ ਜਿਹੜੇ ਬਾਕੀ ਸਹਿਜ ਨੇ ਉਹਨਾਂ ਨੂੰ ਤਾਂ ਬਚਾ ਲਈਏ। ਪਤਾ ਨਹੀਂ ਸਹਿਜ ਵਰਗੇ ਕਿੰਨੇ ਇਕੱਲੇ ਹੋਣਗੇ ਯਾਰ। ਪਰ ਮੈਂ ਪ੍ਰਸ਼ਾਸਨ ਨੂੰ ਪੁਰਜ਼ੋਰ ਅਮੰਗ ਕਰਦਾ ਵੀ ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆ, ਅੱਜ ਕੰਨ ਖੋਲ੍ਹ ਕੇ ਸੁਣ ਲਓ ਭਾਈ ਸਾਰੇ, ਚਾਹੇ ਕੋਈ ਛੋਟਾ ਵੱਡਾ ਅਫਸਰ ਜਿਹੜਾ ਵੀ ਆ, ਕਿ ਮੈਂ ਹੱਥ ਜੋੜ ਕੇ ਇੱਕ ਗੁਰਸਿੱਖ ਤੁਹਾਨੂੰ ਬੇਨਤੀ ਕਰ ਰਿਹਾ। ਹਾਲਾਂਕਿ ਇਹ ਗੱਲ ਕਰਨ ਦਾ ਤਰੀਕਾ ਹੋਰ ਵੀ ਹੋ ਸਕਦਾ, ਪਰ ਬੇਨਤੀ ਕਿਤੇ ਨਾ ਕਿਤੇ ਕਬੂਲੀ ਜਾ ਸਕਦੀ ਆ। ਤੇ ਤੁਸੀਂ ਇੱਦਾਂ ਕਰੋ ਕਿ ਆ ਜਿਹੜਾ 24 ਘੰਟੇ ਵਾਲਾ ਲਾਰਾ ਨਾ, ਇਹਨੂੰ ਖਤਮ ਕਰ ਦਿਓ ਭਾਈ। ਜੇ ਕੋਈ ਗੁੰਮਸ਼ੁਦਗੀ ਦੀ ਤਲਾਸ਼ ਲੈਣ ਆਉਂਦਾ ਤਾਂ ਇਹਨੂੰ ਪਹਿਲ ਦੇ ਆਧਾਰ ਤੇ ਲਿਆ ਕਰੋ, ਤੇ ਔਨ ਦੀ ਸਪੋਰਟ ਉਹਦੇ ਨਾਲ ਚੱਲਿਆ ਕਰੋ ਕਿ ਪਰਿਵਾਰ ਨੂੰ ਲੱਗੇ ਕਿ ਅਸੀਂ ਨਿਕਲ ਕੇ ਗਏ ਹਾਂ ਤਾਂ ਸਾਡੇ ਨਾਲ ਨਿਕਲ ਕੇ ਗਏ ਥਾਣੇ ਦੇ ਵਿੱਚੋਂ। ਉਨੀ ਦੇਰ ਤੱਕ ਤੁਸੀਂ ਘਰ ਨਾ ਬੈਠੋ ਮੇਰੇ ਭਰਾ, ਕਿਉਂਕਿ ਪਿੱਛੇ ਜੇ ਲੁਧਿਆਣੇ ਪ੍ਰਸ਼ਾਸਨ ਨੇ ਨਾ ਦਿਨ ਰਾਤ ਇੱਕ ਕਰਕੇ ਉਹ ਬਠਿੰਡੇ ਤੋਂ ਬੱਚੀ ਫੜੀ ਆ, ਜਿਹਨੂੰ ਵੇਚਿਆ ਸੀ ਯਾਰ। ਜੇ ਉਹ ਬੱਚੀ ਫੜੀ ਜਾ ਸਕਦੀ ਆ 24 ਘੰਟਿਆਂ ਦੇ ਵਿੱਚ, ਤਾਂ ਸਹਿਜ ਵੀ ਲੱਭ ਸਕਦਾ ਸੀ। ਇਹ ਬੜਾ ਵੱਡਾ ਸਵਾਲ ਆ, ਕਿਉਂਕਿ ਅੱਜ ਮੇਰੇ ਖਿਆਲ ਨਾਲ ਇਹਨਾਂ ਭੈਣਾਂ ਦੀਆਂ ਹੂਕਾਂ ਜਿਹੜੀਆਂ ਨਾ, ਉਹਨਾਂ ਨੂੰ ਤੁਸੀਂ ਸੁਣ ਸਕਦੇ ਹੋ, ਅਸੀਂ ਵੇਖ ਸਕਦੇ ਹਾਂ, ਪਰ ਉਹ ਮਹਿਸੂਸ ਦਰਦ ਨਹੀਂ ਕਰ ਸਕਦੇ ਹੋ ਜੋ ਦਰਦ ਇਹ ਭੈਣਾਂ ਦਾ ਵਾ, ਕਿਉਂਕਿ ਇਹਨਾਂ ਨੇ ਆਪਣੇ ਹੱਥੀਂ ਪਾਲਿਆ ਵਾ, ਉਹ ਛੋਟੀ ਜਿਹਨੂੰ ਖਿਡਾਇਆ ਵਾ, ਠੀਕ ਹੈ ਕਿ ਨਹੀਂ। ਅਸੀਂ ਇੱਥੇ ਆਣ ਕੇ, ਮੈਨੂੰ ਖੁਦ ਆਪ, ਮੈਂ ਉਸ ਦਿਨ ਰਾਤ ਰੋਟੀ ਨਹੀਂ ਖਾਧੀ ਭਾਜੀ, ਕਿਉਂਕਿ ਜਿੱਦਣ ਇਹ ਵਰਤਾਰਾ ਵਰਤ ਗਿਆ ਸੀ, ਮੈਨੂੰ ਤਾਂ ਆਪ ਉਸ ਦਿਨ ਤੁਹਾਨੂੰ ਦੱਸਿਆ ਵੀ ਤੁਹਾਨੂੰ ਪੁਲਿਸ ਨੇ ਲੈ ਕੇ ਗਏ ਸੀ ਕਿਸੇ ਪੁੱਛਗਿੱਛ ਵਾਸਤੇ। ਸੋ ਇਸ ਤਰੀਕੇ ਦੇ ਨਾਲ ਮੈਂ ਹੁਣ ਵੀ ਕਹਿੰਦਾ ਵਾ ਭਗਵੰਤ ਮਾਨ ਜੀ ਕਿ ਆਉਣ ਵਾਲਾ ਸਮਾਂ ਨਾ ਜਿਹੜਾ ਪੁਲਿਸ ਨੂੰ ਕਿਰਪਾ ਕਰਕੇ ਸੁਚੇਤ ਕਰ ਦਿਓ ਕਿ ਭਾਈ ਗੁੰਮਸ਼ੁਦਗੀ ਦੀ ਕੋਈ ਵੀ ਤਲਾਸ਼ ਹੁੰਦੀ ਆ ਨਾ,
ਤੇ ਕਮ ਸੇ ਕਮ ਉਹਨੂੰ ਪਹਿਲ ਦੇ ਆਧਾਰ ਤੇ ਉਸੇ ਵੇਲੇ ਜਾ ਕੇ ਸਰਚ ਕਰਨ ਦੀ ਕੋਸ਼ਿਸ਼ ਕੀਤੀ, ਭਾਵੇਂ ਉਹ ਬੰਦਾ ਸਾਡੇ ਕਿਸੇ ਰਿਸ਼ਤੇਦਾਰੀ ਘਰ ਕਿਉਂ ਨਾ ਬੈਠਾ ਹੋਵੇ, ਠੀਕ ਹੈ ਜੀ, ਭਾਵੇਂ ਹੋਰ ਕਿਸੇ ਗੁਰਦੁਆਰੇ ਸੇਵਾ ਕਰਦਾ ਹੋਵੇ, ਕਿਸੇ ਮੰਦਿਰ 'ਚ ਗਿਆ ਹੋਵੇ, ਕਿਤੇ ਮਸਜਿਦ ਗਿਆ ਹੋਵੇ, ਕਿਤੇ ਗਲੀ 'ਚ ਖੇਡਦਾ ਹੋਵੇ, ਚਾਹੇ ਕਿਡਨੈਪ ਹੋਇਆ ਹੋਵੇ, ਤੁਹਾਡੇ ਕੋਲ ਦੁਨੀਆ ਆਉਂਦੀ ਆ ਤਾਂ ਪਹਿਲ ਦੇ ਆਧਾਰ ਤੇ ਸ਼ਿਕਾਇਤ ਨਹੀਂ ਕਹਿਣਾ ਵੀ 24 ਘੰਟੇ ਬਾਅਦ ਦਰਜ ਕਰਨੀ ਆ, ਔਨ ਦੀ ਸਪੋਟ ਉਹਦੀ ਸ਼ਿਕਾਇਤ ਦਰਜ ਕਰਕੇ ਕਿਰਪਾ ਕਰਕੇ ਉਹਦੇ ਨਾਲ ਚੱਲੋ। ਸਾਰੀ ਰਾਤ ਅਸੀਂ ਤੁਹਾਡਾ ਧੰਨਵਾਦ ਕਰਾਂਗੇ। ਮੈਂ ਦਾਅਵਾ ਕਹਿਣਾ ਵੀ ਕੱਲੇ ਜਿਹੜਾ ਪੁਲਿਸ ਵਾਲਾ ਭਰਾ ਵਾ ਨਾ, ਜੇ ਕੋਈ ਇਦਾਂ ਦਾ ਕੰਮ ਕਰਦਾ ਤੇ ਉਹਨੂੰ ਕੀ ਸਰੋਪਾ ਕੀ, ਮੈਂ ਕਹਿੰਦਾ ਤੁਹਾਨੂੰ ਅਸੀਂ ਫੁੱਲਾਂ ਦੇ ਹਾਰ ਪਾ ਕੇ ਤੁਹਾਡਾ ਧੰਨਵਾਦ ਕਰਾਂਗੇ ਵੀਰ ਜੀ। ਸੋ ਦੋਸਤੋ, ਤਸਵੀਰ ਤੇ ਮਾਹੌਲ ਇੰਨਾ ਭਾਵੁਕ ਹੈ ਕਿ ਗੱਲ ਮੈਨੂੰ ਵੀ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਰਾਂ, ਪਰ ਭਾਈ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਪਰਿਵਾਰ ਦਾ ਦਰਦ ਜਿਹੜਾ ਹੈ ਜ਼ਰੂਰ ਲੋਕਾਂ ਸਾਹਮਣੇ ਪੇਸ਼ ਕਰਨਾ। ਤਾਂ ਮੈਨੂੰ ਵੀ ਲੱਗਦਾ ਹੈ ਕਿ ਅੱਜ ਸਹਿਜ ਦੇ ਜਾਣ ਦੇ ਨਾਲ ਸਾਨੂੰ ਵੀ ਇਹ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਆਪਣੇ ਬੱਚਿਆਂ ਦਾ ਖਿਆਲ ਅਸੀਂ ਆਪ ਰੱਖਣਾ ਆ। ਸੋ ਖੈਰ, ਅਸੀਂ ਤਾਂ ਬਹੁਤ ਜਦੋਂ ਘੁੰਮਿਆ ਨਾ, ਇੰਨੀ ਉਮੀਦ ਰੱਖੀ ਸੀ ਕਿ ਉਹ ਜ਼ਰੂਰ ਲੱਭੇਗਾ, ਵਾਪਸ ਆਏਗਾ ਨਾ, ਅਸੀਂ ਢੋਲ ਵਾਲੇ ਬੁਲਾਵਾਂਗੇ ਉਹਨੂੰ, ਢੋਲ ਨਾਲ ਉਹਦਾ ਵੈਲਕਮ ਕਰਾਂਗੇ, ਉਹਦਾ ਇੱਕ ਨਵਾਂ ਜਨਮ ਹੋਏਗਾ। ਸਾਨੂੰ ਨਹੀਂ ਪਤਾ ਸੀ ਉਹਨੇ ਇਸ ਹਾਲਾਤ 'ਚ ਘਰੇ ਵਾਪਸ ਆਉਣਾ। ਅਸੀਂ ਬਹੁਤ ਉਮੀਦਾਂ ਲਾਈਆਂ ਸੀ ਕਿ ਜਿਵੇਂ 4-4 ਵਜੇ ਤੱਕ ਅਸੀਂ ਸੜਕਾਂ 'ਤੇ ਹਰ ਜਗ੍ਹਾ 'ਤੇ ਲੱਭਦੇ ਪਏ ਹਾਂ ਉਹਨੂੰ, ਸਪੀਕਰਾਂ 'ਚ ਆਵਾਜ਼ਾਂ ਦੇ ਰਹੇ ਹਾਂ, ਝੁੱਗੀਆਂ ਤੱਕ ਅਸੀਂ ਛਾਣਦੇ ਪਏ ਹਾਂ, ਪਲਾਟਾਂ ਦੇ ਵਿੱਚ ਝਾਤੀਆਂ ਮਾਰ ਰਹੇ ਹਾਂ, 4-4 6-6 ਵਜੇ ਅਸੀਂ ਨਿਕਲ ਜਾਂਦੇ ਪੋਸਟਰ ਲੈ ਕੇ, ਜੀ ਬੱਚਾ ਦੇਖਿਆ, ਬੱਚਾ ਦੇਖਿਆ, ਤਾਂ ਕਿਤੇ ਸਾਨੂੰ ਉਹ ਬੱਚਾ ਮਿਲੇਗਾ ਅਤੇ ਘਰੇ ਆਏਗਾ। ਅਸੀਂ ਉਹਨੂੰ ਢੋਲ ਨਗਾਰਿਆਂ ਨਾਲ ਉਹਦਾ ਵੈਲਕਮ ਕਰਕੇ ਉਹਦਾ ਇੱਕ ਨਵਾਂ ਜਨਮ ਹੋਏਗਾ, ਸਾਰੇ ਮਹੱਲਾ ਉਹਦਾ ਇਕੱਠਾ ਹੋ ਕੇ ਲੱਡੂ ਲਿਆ ਕੇ ਵੰਡਾਂਗੇ। ਸੋ ਕੀ ਇਨਸਾਫ ਕੀ ਕਹਿੰਦੇ ਹੋ, ਕੀ ਹੋਣਾ ਚਾਹੀਦਾ? ਸਾਫ਼ ਇਹੀ ਕਹਿੰਦੇ ਅਸੀਂ ਉਹਨੂੰ ਵੀ ਵੱਧ ਤੋਂ ਵੱਧ ਉਹਨੂੰ ਸਜ਼ਾ ਦਿੱਤੀ ਜਾਵੇ ਜੀ। ਅਤੇ ਇੱਕ ਅਸੀਂ ਇਹ ਕਹਿੰਦੇ ਹਾਂ ਵੀ ਜਿਹੜੀ ਇਹਨਾਂ ਦੇ ਅਸੀਂ ਰਾਤ ਨੂੰ ਰਿਪੋਰਟ ਲਿਖਾਈ ਆ, ਇਹਨਾਂ ਨੂੰ ਇਹੀ ਚਾਹੀਦਾ ਸੀ ਵੀ ਉਸੇ ਟਾਈਮ ਇਹ ਰਾਤ ਨੂੰ ਰਿਪੋਰਟ ਲਿਖਦੇ ਅਤੇ ਉਹਦਾ ਨੰਬਰ ਪਾਉਂਦੇ ਜੀ ਉਹਦੇ ਵਿੱਚ, ਅਤੇ ਉਹ ਰਾਤ ਨੂੰ ਸਾਡਾ ਲੜਕਾ ਲੱਭ ਜਾਣਾ ਸੀ। ਕਿਉਂਕਿ ਮੇਰਾ ਦਿਲ ਕਹਿੰਦਾ ਪਿਆ ਸੀ ਵੀ ਉਹਦੇ ਨਾਲ ਗਿਆ ਵਾ, ਮੇਰੇ ਭਰਾ ਦੇ ਨਾਲ, ਕਿਉਂਕਿ ਬਾਹਰਲੇ ਬੰਦੇ ਨਾਲ ਜਾ ਕੇ ਖੁਸ਼ ਨਹੀਂ ਸੀ, ਕਿਸੇ ਨਾਲ ਨਹੀਂ ਜਾਂਦਾ ਸੀ ਉਹ, ਕੋਈ ਖਾਸ ਬੰਦਾ ਹੀ ਮੈਂ ਕਿਹਾ ਉਹਨੂੰ ਲੈ ਕੇ ਗਿਆ ਆਪਣਾ ਘਰੇਲੂ। ਜੇ ਪੁਲਿਸ ਇੰਨੀ ਉਦੋਂ ਰਾਤ ਨੂੰ ਉਹਦਾ ਮੋਬਾਈਲ ਲਗਵਾ ਲੈਂਦੀ ਲੋਕੇਸ਼ਨ 'ਤੇ ਅਤੇ ਉਹਨੇ ਲੱਭ ਜਾਣਾ ਸੀ। ਮਤਲਬ ਕਿ ਹੁਣ ਤੇ ਆਪਾਂ ਗੱਲਾਂ ਉਹੀ ਨਾ, ਦਿਲ 'ਚ ਆਉਂਦਾ ਕਿ ਇੰਝ ਹੋ ਜਾਂਦਾ, ਉਂਝ ਹੋ ਜਾਂਦਾ, ਹੋ ਸਕਦਾ ਸਾਡਾ ਬੱਚਾ ਜਿਹੜਾ ਸੀ ਉਹ ਬਚ ਜਾਂਦਾ, ਪਰ ਉਹ ਕੁਦਰਤ ਨੂੰ ਵੀ ਕਹਿੰਦੇ ਘੋਰ ਮਨਜ਼ੂਰ ਹੈ। ਜਦੋਂ ਕਿਸੇ ਨੇ ਪਲਾਨ ਹੀ ਕਰ ਲਿਆ ਕਿ ਮੈਂ ਇਹਨੂੰ ਮਾਰ ਹੀ ਦੇਣਾ ਆ, ਤਾਂ ਫਿਰ ਸਾਡੇ ਵੱਸੋਂ ਬਾਹਰ ਹੋ ਗਈ ਗੱਲ। ਬਾਕੀ ਉਹਦਾ ਪਲਾਨ ਸੀ ਜੀ, ਬਾਕੀ ਪੁਲਿਸ ਦਾ ਵੀ ਉਦੋਂ ਚਾਹੀਦਾ ਸੀ ਵੀ ਰਾਤ ਨੂੰ ਇਹ ਰਿਪੋਰਟ ਲਿਖ ਕੇ ਅਤੇ ਮੈਂ ਜਾ ਕੇ ਉਹਨੂੰ ਲੈ ਆਉਣਾ ਸੀ ਜੀ। ਬਸ ਉਹਦਾ ਮੋਬਾਈਲ ਲੋਕੇਸ਼ਨ ਦੱਸ ਦਿੰਦੇ ਵੀ ਉਹ ਕਿਹੜੇ ਏਰੀਏ 'ਚ ਹੈਗਾ ਜੀ। ਬਸ ਸਹਿਜ ਦੇ ਦਾਦੀ ਜੀ ਤੇ ਉਹਨਾਂ ਦੇ ਤਾਈ ਜੀ ਮੇਰੇ ਨਾਲ ਨੇ। ਸੋ ਮੈਂ ਅੱਗੇ ਵੀ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਕਿ ਗੱਲ ਸ਼ੁਰੂ ਕਿੱਥੋਂ ਕਰੀਏ ਜਾਂ ਕੀ ਤੁਹਾਨੂੰ ਦੱਸੀਏ ਕਿ ਕੀ ਵਾਪਰਿਆ ਕੀ ਆ। ਬੇਜੀ ਵੀ ਮੇਰੇ ਨਾਲ ਗੱਲਾਂ ਕਰਦੇ ਪਏ ਸੀ। ਬੇਜੀ, ਇੱਕ ਪੁੱਤ ਹੈ, ਪੁੱਤ ਨੇ ਪੋਤਰਾ ਖੋਹ ਲਿਆ, ਕੀ ਇਹੋ ਜਿਹੇ ਘਰ ਦੇ ਹਾਲਾਤ ਬਣ ਗਏ? ਪੁੱਤਰ ਹੈ ਉਹਨਾਂ ਦਾ ਵੀ ਪੁੱਤਰ, ਉਹ ਵੀ ਸਾਡਾ ਹੈ, ਉਹ ਕਿਹੜਾ ਬਗਾਨਾ, ਪੋਤਰਾ ਵੀ ਤੇ ਪੁੱਤਰ ਵੀ, ਦੋਵੇਂ ਚੀਜ਼ਾਂ ਸਾਡੀਆਂ ਹੀ ਨੇ, ਸਾਡਾ ਨਾਮ ਵਜਣਾ ਸੀ। ਕੀ ਘਰ ਦੇ ਹਾਲਾਤ ਕੀ ਬਣ ਗਏ ਕਿ ਇਹੋ ਜਿਹੀ ਏਡੀ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ? ਕੋਈ ਸਾਨੂੰ ਹੈ ਨਹੀਂ ਸੀਗਾ, ਇਹ ਮਿਹਨਤ ਨਹੀਂ ਸੀਗੀ, ਬਸ ਸਾਰੇ ਕਹਿੰਦੇ ਇੱਕੇ ਛੱਤ ਥੱਲੇ ਰਹਿੰਦੇ ਆ, ਤੇ ਇਕੱਠੇ ਹੀ ਸੀਗੇ। ਕੁਝ ਕਾਰਨ ਲੱਭਾ? ਕੋਈ ਨਾਰਾਜ਼ਗੀ ਨਹੀਂ, ਕੋਈ ਲੜਾਈ ਝਗੜਾ ਨਹੀਂ? ਕੋਈ ਨਹੀਂ ਸਾਡਾ ਸੀਗਾ। ਤੁਸੀਂ ਮੈਨੂੰ ਚੱਪਲਾਂ ਦੀ ਵੀ ਗੱਲ ਕਰ ਰਹੇ ਹੋ ਕਿ ਸਹਿਜ ਬੜਾ ਪਿਆਰਾ ਸੀ ਜੀ। ਚੱਪਲਾਂ ਨੇ ਮੈਂ ਨਹੀਂ ਚੱਪਲਾਂ, ਮੈਂ ਤਾਂ ਆਪਦੀ ਚੱਪਲ, ਉਹਨਾਂ ਦੇ ਪਾਪਾ ਦੀ ਹੈ। ਅੱਛਾ ਜੀ। ਇਹ ਚੱਪਲਾਂ ਫੜ ਕੇ ਰੋ ਰਹੇ ਸੀ ਨਾ, ਉਹਦੇ ਸਹਿਜ ਦੇ ਪਾਪਾ ਸੀਗੇ। ਉਹ ਕਹਿੰਦੀ ਆ ਜਾ ਸਹਿਜੂ, ਆ ਜਾ ਚੱਪਲਾਂ ਪਾ ਲੈ, ਸਹਿਜੂ ਆ ਜਾ ਚੱਪਲਾਂ ਪਾ ਲੈ, ਚੱਪਲਾਂ ਪਾ ਲੈ। ਮੇਰੇ ਤਾਂ ਸਕੂਲ ਆਂਦਾ ਸੀ ਇਹ ਤਾਈ ਜੀ, ਇਹਨਾਂ ਦੀਆਂ ਮਤਲਬ ਬੇਟੀਆਂ ਤੇ ਸਹਿਜੂ, ਜਿੱਥੇ ਵੀ ਜਾਣਾ ਸਾਰਿਆਂ ਨੇ ਨਾਲ ਹੀ ਆਣਾ। ਤੇ ਇੱਕ ਮਹੱਲੇ ਵਾਲੇ ਵੀ ਇੰਨਾ ਨੂੰ ਪਿਆਰ ਕਰਦੇ ਸੀ, ਉਹਦੀਆਂ ਗੱਲਾਂ ਸੁਣਨ ਵਾਸਤੇ ਸਪੈਸ਼ਲ ਆਉਂਦੇ ਸੀਗੇ। ਉਹ ਪਿਆਰ ਹੀ ਬਹੁਤ। ਮੈਨੂੰ ਭੈਣ ਜੀ ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ, ਸੋਸ਼ਲ ਮੀਡੀਆ ਤੇ ਵੀ ਅਫਵਾਹਾਂ ਬੜੀਆਂ ਫੈਲੀਆਂ ਕਿ ਤੁਹਾਡੇ ਘਰ ਵਾਲੇ ਤੇ ਐਡਾ ਡਿਪਰੈਸ਼ਨ 'ਚ ਕਿਉਂ ਸੀ, ਉਹ ਇੰਨੀ ਨਾਰਾਜ਼ਗੀ ਕਿਉਂ ਸੀ ਕਿ ਬੱਚਾ ਆਪਣਾ ਹੀ ਬੱਚਾ ਖੜ ਕੇ ਨਹਿਰ 'ਚ ਧੱਕਾ ਦੇ ਦਿੱਤਾ? ਇੱਦਾਂ ਦਾ ਡਿਪਰੈਸ਼ਨ ਵਾਲੀ ਕੋਈ ਗੱਲ ਹੈ ਨਹੀਂ। ਨੋਰਮਲ ਬੰਦੇ ਨੂੰ ਬੁਖਾਰ, ਪੇਨ, ਬਿਲਤਾਂ ਪੀੜ ਹੋ ਗਈਆਂ, ਜਿੱਦਾਂ ਪੇਨ ਕਿਲਰ ਖਾ ਲਈ, ਬੁਖਾਰ ਦੀ ਦਵਾਈ ਲੈ ਲਈ। ਸਗੋਂ ਨਾ ਮੇਰੇ ਨਾਲ ਉਸ ਦਿਨ ਡਾਕਟਰ ਗੁਲਾਟੀ ਕੋਲ ਗਏ, ਉੱਥੇ ਸੱਟ ਲੱਗੀ, ਮੈਨੂੰ ਪੱਟੀ ਕਰਾਉਣ ਗਏ ਨਾ, ਤੇ ਕਹਿੰਦੇ ਡਾਕਟਰ ਸਾਹਿਬ ਦਵਾਈ ਦਿਓ, ਉਹਨਾਂ ਨੂੰ ਦਵਾਈ ਦਿਓ, ਆਹ ਕਰੋ। ਕਹਿੰਦੇ ਬਾਬਾ ਜੀ ਦਵਾਈਆਂ ਤੁਸੀਂ ਵੀ ਘੱਟ ਖਾਇਆ ਕਰੋ, ਐਵੇਂ ਨਾ ਦਵਾਈਆਂ ਜ਼ਿਆਦਾ ਖਾਂਦੇ ਰਿਹਾ ਕਰੋ, ਵੀ ਕਦੀ ਉਹ ਖਾ ਲਈ ਗੋਲੀ, ਐਵੇਂ ਉਹ ਖਾ ਲਈ, ਇੱਦਾਂ ਨਾ ਖਾਇਆ ਕਰੋ। ਜਿਹੜੀ ਤੁਹਾਨੂੰ ਮਾੜੀ ਮੋਟੇ ਬੁਖਾਰ ਵੀ ਤੁਹਾਨੂੰ ਲੱਗਦਾ ਨਾ, ਨੋਰਮਲ ਵੀ ਹਲਕਾ ਜਿਹਾ ਵੀ, ਇੰਨੀ ਦਵਾਈ ਖਾਣ ਦੀ ਲੋੜ ਨਹੀਂ ਹੁੰਦੀ ਇਨਸਾਨ ਨੂੰ, ਤੁਸੀਂ ਆਪਣਾ ਆਰਾਮ ਕਰਿਆ ਕਰੋ ਬਸ। ਪਤਨੀ ਤੇ ਪਤੀ ਪਤਨੀ ਸਾਰੀਆਂ ਗੱਲਾਂ ਸਾਂਝੀਆਂ ਹੁੰਦੀਆਂ ਨੇ ਘਰ ਦੀਆਂ, ਨਿੱਕੀ ਨਿੱਕੀ ਗੱਲ ਤੋਂ ਲੈ ਕੇ
ਉਹ ਘਰੋਂ ਰਾਤ 9 9:30 ਵਜੇ ਨੂੰ ਲੈ ਗਿਆ, ਸਵੇਰੇ 6 ਵਜੇ ਜਾ ਕੇ ਧੱਕਾ ਦੇ ਦਿੱਤਾ। ਤੁਹਾਡੇ ਨਾਲ ਕਿਤੇ ਗੱਲ ਨਹੀਂ ਹੋਈ ਉਹਨਾਂ ਦੀ, ਮੈਂ ਕਿੱਥੇ ਆ ਜਾਂ ਕੀ ਕਰ ਰਿਹਾ? ਇਦਾਂ ਨਾ ਕਈ ਵਾਰ ਅੱਗੇ ਵੀ ਚੱਲ ਜਾਂਦੇ ਆ, ਰਾਤ ਰਾਤੀ ਸਾਨੂੰ ਦੱਸ ਕੇ ਨਹੀਂ ਜਾਂਦੇ, ਰਾਤ ਵੀ ਉੱਥੇ ਜਾ ਕੇ ਫੋਨ ਕਰ ਦਿੰਦੇ ਮੈਂ ਇਹ ਜਗ੍ਹਾ ਪਹੁੰਚ ਗਿਆ, ਜਾਂ ਅਸੀਂ ਫੋਨ ਕਰਕੇ ਪੁੱਛਦੇ ਹਾਂ ਵੀ ਤੁਸੀਂ ਲੇਟ ਹੋ ਗਏ ਆਏ ਨਹੀਂ, ਤਾਂ ਕਹਿਣਗੇ ਮੈਂ ਫਲਾਣੀ ਜਗ੍ਹਾ ਚ ਗਿਆ, ਉਹ ਵਾਲੇ ਗੁਰਦੁਆਰੇ ਚਲਾ ਗਿਆ, ਆਹ ਵਾਲੇ ਗੁਰਦੁਆਰੇ ਚਲਾ ਗਿਆ। ਇਦਾਂ ਅਸੀਂ ਵੀ ਉਸ ਭੁਲੇਖੇ ਰਹਿ ਗਏ। ਮੈਂ ਕਿਹਾ ਚੱਲ ਪਹਿਲਾਂ ਮੈਂ ਸੋ ਕਿਹਾ, ਮੈਂ ਕਿਹਾ ਆਪਾਂ ਚੱਲੀਏ ਕੀਰਤਨ ਸੁਣਨ, ਮਾਲਕ ਨੂੰ ਟੈਨਸ਼ਨ। ਕਹਿੰਦਾ ਨਹੀਂ ਮੈਂ ਥੱਕਿਆ ਪਿਆ, ਰਹਿਣ ਦੇ, ਅੱਜ ਨਹੀਂ ਜਾਣਾ, ਵੀ ਕੰਮ ਕੁਮ ਕਰਕੇ ਨਾ ਮੈਂ ਥੱਕ ਗਿਆ। ਮੈਂ ਕਿਹਾ ਚਲੋ ਰਹਿਣ ਦਿਓ। ਫਿਰ ਮੈਂ ਆਰਾਮ ਨਾਲ ਰੋਟੀ ਬਣਾਉਣ ਲੱਗ ਪਈ। ਮੁੜ ਕੇ ਮੈਂ ਦੇਖਿਆ ਬਾਹਰ ਬਾਈਕ ਹੈ ਨਹੀਂ ਸੀ। ਮੈਂ ਮੁੰਡੇ ਨੂੰ ਪੁੱਛਿਆ, ਵੱਡੇ ਨੂੰ, ਮੈਂ ਕਿਹਾ ਅਮਨ ਪਾਪਾ ਕਿੱਥੇ ਆ? ਕਹਿੰਦਾ ਪਾਪਾ ਤਾਂ ਹੈ ਹੀ ਨਹੀਂ ਨੀਚੇ। ਮੈਂ ਕਿਹਾ ਸ਼ਾਇਦ ਕਿਤੇ ਚਲੇ ਗਏ ਹੋਣੇ, ਕਿਸੇ ਕੋਲ ਪੇਮੈਂਟ ਲੈਣੀ ਹੋਣੀ ਜਾਂ ਕਿੱਦਾਂ, ਧਿਆਨ ਹੀ ਨਹੀਂ ਕੀਤਾ ਇੰਨਾ। ਫਿਰ ਉਸ ਤੋਂ ਬਾਅਦ 9:30 ਵਜੇ ਸਹਿਜ ਦਾ ਰੌਲਾ ਪੈ ਗਿਆ, ਅਸੀਂ ਸਹਿਜ ਨੂੰ ਲੱਭਣ ਲੱਗ ਪਏ। 10 ਵਜੇ ਇਹਨਾਂ ਨੂੰ ਰਾਜਵੀਰ ਜੀ ਨੇ ਫੋਨ ਕੀਤਾ, ਕਹਿੰਦੇ ਸਹਿਜ ਤੁਹਾਡੇ ਨਾਲ ਹੈ? ਕਹਿੰਦੇ ਨਾ ਸਹਿਜ ਮੇਰੇ ਨਾਲ ਹੈ ਨਹੀਂ ਗਾ। ਫਿਰ ਅਸੀਂ ਬੱਚਿਆਂ ਨੇ ਵੀ ਫੋਨ ਕੀਤਾ, ਪਾਪਾ ਸਹਿਜ ਤੁਹਾਡੇ ਨਾਲ ਤਾਂ ਨਹੀਂ ਹੈਗਾ? ਕਹਿੰਦੇ ਨਾ ਮੇਰੇ ਨਾਲ ਨਹੀਂ, ਮੈਂ ਤਾਂ ਦਰਬਾਰ ਸਾਹਿਬ ਜਾ ਰਿਹਾ। ਸਹਿਜ ਨੂੰ ਲੈ ਕੇ ਤੁਹਾਡਾ ਦੋਵਾਂ ਜੀਆਂ ਦਾ ਵੀ ਝਗੜਾ ਨਹੀਂ ਹੋਇਆ ਕਦੇ? ਕਦੀ ਵੀ ਨਹੀਂ, ਸਹਿਜ ਬਾਰੇ ਤਾਂ ਕੋਈ ਗੱਲ ਹੋਈ ਵੀ ਨਹੀਂ, ਕਦੀ ਵੀ ਨਹੀਂ ਅੱਜ ਤੱਕ। ਲੋਕਾਂ ਨੇ ਸਾਨੂੰ ਬਾਹਰ ਬੜੀਆਂ ਕਰੇ, ਤੁਹਾਡਾ ਵੀ ਪ੍ਰੈਸ਼ਰ ਰਹਿੰਦਾ ਸੀ ਤੁਹਾਡੇ ਘਰ ਵਾਲੇ ਦੇ, ਉਹ ਨਾਰਾਜ਼ਗੀ ਤੇ ਚਲਦਿਆਂ ਚਲਦਿਆਂ ਆ ਕੁਝ ਹੋ ਗਿਆ। ਸਾਡਾ ਮੇਰਾ ਪ੍ਰੈਸ਼ਰ, ਮੇਰੀ ਤਾਂ ਇੱਦਾਂ ਦੀ ਕੋਈ ਗੱਲ ਹੈ ਹੀ ਨਹੀਂ ਸੀ। ਸੋ ਰਿਸ਼ਤੇ ਵੀ ਪ੍ਰੈਸ਼ਰ ਤਾਂ ਬਸ ਉਹਦਾ ਸਾਡਾ ਮਕਾਨ ਬੰਦਾ। ਵੈਸੇ ਅਸੀਂ ਇਹ ਕਹਿੰਦੇ ਸੀ ਵੀ ਤੁਸੀਂ ਮਿਹਨਤ ਕਰੋ, ਥੋੜ੍ਹਾ ਬਹੁਤਾ ਮਕਾਨ 'ਚ ਪੈਸਾ ਵੀ ਲੱਗਦਾ ਸੀ, ਨਾ ਫੜ ਫੜ ਕੇ ਕਰ ਰਹੇ ਹਾਂ, ਚਲ ਥੋੜ੍ਹਾ ਬਹੁਤਾ ਬੰਦੇ ਦੀ ਹੈਲਪ ਵੀ ਤਾਂ ਚਾਹੀਦੀ ਹੈ। ਸਾਰਾ ਬੱਚਿਆਂ ਨੇ ਆਪਣੇ ਸਿਰ 'ਤੇ ਕੀਤਾ ਹੈ, ਕਰਕੇ ਥੋੜ੍ਹੀ ਬਹੁਤੀ ਤੁਸੀਂ ਕਰੋ, ਬਸ ਇਹੀ ਸੀ ਗੱਲ, ਹੋਰ ਤਾਂ ਕੋਈ ਗੱਲ ਹੋਈ ਨਹੀਂ। ਬਲਕਿ ਰਿਸ਼ਤਾ ਦੱਸਿਆ ਮੈਨੂੰ ਅੰਦਰੋਂ ਨਾ ਕਿ ਇੱਕ ਸਕੇ ਮਾਸੀ ਜੀ ਵੀ ਹੋ ਤੁਸੀਂ, ਤੇ ਨਾਲ ਤਾਈ ਜੀ ਵੀ ਹੋ, ਦੋ ਤਾਈ ਜੀ ਵਾਲਾ ਤਾਂ ਰਿਸ਼ਤਾ ਬਿਲਕੁਲ ਰੱਖਿਆ ਹੀ ਨਹੀਂ ਸੀ ਸ਼ੁਰੂ ਤੋਂ ਹੀ। ਸ਼ੁਰੂ ਤੋਂ ਅਸੀਂ ਤਾਈ ਜੀ ਵਾਲਾ ਕੋਈ ਰਿਸ਼ਤਾ ਰੱਖਿਆ ਨਹੀਂ। ਮੈਂ ਤਾਂ ਨਹੀਂ, ਮੈਂ ਤਾਂ ਮਾਂ ਬਣੀ ਹੁੰਦੀ ਤੇ ਜਾਂ ਮਾਸੀ ਬਣੀ ਆ ਬਸ। ਤਾਈ ਤਾਂ ਮੈਂ ਸ਼ੁਰੂ ਤੋਂ ਕਦੀ ਮੈਂ ਜ਼ਿੰਦਗੀ 'ਚ ਸੋਚਿਆ ਹੀ ਨਹੀਂ ਸੀ ਮੈਂ ਤਾਈ ਬਣਨਾ, ਨਾ ਹੀ ਬੱਚਿਆਂ ਨੇ ਅੱਜ ਤੱਕ ਮੈਨੂੰ ਤਾਈ ਦਾ ਕੋਈ ਰਿਸ਼ਤਾ ਗੱਲ ਇੱਦਾਂ ਦੀ ਕੀਤੀ ਹੈ। ਇਹ ਹੁਣ ਬੱਚਾ ਵੀ ਆਪਣਾ ਚਲੇ ਗਿਆ, ਪੀੜਤਾ ਧਿਰ ਵੀ ਆਪਾਂ ਹੀ ਆ, ਤੇ ਦੋਸ਼ੀ ਵੀ ਸਾਡਾ ਹੀ ਬੰਦਾ ਜਿਹਨੇ ਮਾਰਿਆ। ਤੇ ਕੀ ਇਨਸਾਫ ਕੀ ਹੋਣਾ ਚਾਹੀਦਾ? ਇਨਸਾਫ ਤਾਂ ਹੁਣ ਦੇਖੋ, ਜੇ ਬੱਚਾ ਚਲਾ ਗਿਆ ਤੇ ਅਸੀਂ ਇਨਸਾਨ ਨੂੰ ਕੀ ਕਰਾਂਗੇ? ਇੱਦਾਂ ਦੇ ਨੂੰ ਸਾਡੀਆਂ ਅੱਖਾਂ ਸਾਹਮਣੇ ਰਹੇਗਾ ਤਾਂ ਕਿੱਦਾਂ ਰਹਿਣਗੇ? ਸਾਡੇ ਕੋਲ ਬਰਦਾਸ਼ਤ ਹੋ ਜਾਣਗੇ? ਅਜੇ ਏਡੀ ਵੱਡੀ ਘਟਨਾ ਨੂੰ ਜਾਣ ਦੇ ਗਾਂ ਵੀ ਕੁਝ ਨਾ ਕੁਝ ਕਰ ਸਕਦੇ। ਹੋਰ ਵੀ ਸਾਡੇ ਨਾਲ ਵੀ ਕੋਈ ਇੱਦਾਂ ਦਾ ਕਦਮ ਕਰ ਸਕਦੇ, ਹੋਰ ਵੀ ਕਿਸੇ ਨਾਲ ਕਰ ਸਕਦੇ ਆ। ਇਸ ਕਰਕੇ ਅਸੀਂ ਇਹੀ ਇਨਸਾਫ ਮੰਗਦੇ ਆ ਵੀ ਜਿੱਦਾਂ ਸਾਡਾ ਬੱਚਾ ਗਿਆ ਉੱਦਾਂ ਹੀ ਇਹ ਜਾਣ, ਬਸ ਸਾਡੇ ਵੱਲੋਂ ਖਤਮ ਹੋ ਗਈ ਇਹਨਾਂ ਦੀ ਜ਼ਿੰਦਗੀ। ਮਤਲਬ ਕਿ ਕੋਈ ਪੈਰਵਾਈ ਨਹੀਂ ਕਰੋਗੇ? ਨਹੀਂ, ਅਸੀਂ ਕੁਝ ਨਹੀਂ ਕਰਨਾ ਇਹਨਾਂ ਪਿੱਛੇ। ਸੋ ਵੀਰ ਜੀ, ਤੁਹਾਡਾ ਪੋਤਾ, ਤੁਸੀਂ ਕੀ ਕੀ ਕਹਿੰਦੇ ਹੋ ਕਿ ਕੀ ਇਨਸਾਫ ਹੋਣਾ ਚਾਹੀਦਾ, ਕੀ ਸਜ਼ਾ ਮਿਲਣੀ ਚਾਹੀਦੀ? ਮੈਂ ਹੁਣ ਕੁਝ ਨਹੀਂ ਕਰ ਸਕਦੀ, ਮੇਰੇ ਵੱਸ ਦਾ ਨਹੀਂ ਹੈਗਾ। ਉਸ ਗੁਰਦੁਆਰਾ ਸਾਹਿਬ ਦੇ ਬਾਹਰ ਖੜੇ ਆ ਜਿੱਥੇ 7 ਸਾਲ ਦੇ ਸਹਿਜਪ੍ਰੀਤ ਨੂੰ ਸਵੇਰੇ ਸਵੇਰੇ ਵੇਖਿਆ ਗਿਆ ਸੀ ਸੀਸੀਟੀਵੀ ਕੈਮਰਿਆਂ ਦੇ ਵਿੱਚ, ਕਿ ਇੱਥੋਂ ਸਵੇਰੇ ਨਿਕਲਦੇ ਨੇ ਔਰ ਕਿਹਾ ਜਾ ਰਿਹਾ ਕਿ ਉਹ ਸੋਲਰ ਪੈਨਲ ਲੱਗੇ ਨੇ ਅੱਗੇ। ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਇੱਧਰ ਨੂੰ ਦਿਖਾਇਓ, ਸੋਲਰ ਪੈਨਲ ਲੱਗੇ ਨੇ ਔਰ ਸੋਲਰ ਪੈਨਲਾਂ ਦੇ ਅੱਗੇ ਜਾ ਕੇ ਜਿਹੜਾ ਆ ਉਹ ਸਹਿਜਪ੍ਰੀਤ ਨੂੰ ਉਹਦੇ ਤਾਏ ਵੱਲੋਂ ਧੱਕਾ ਦਿੱਤਾ ਜਾਂਦਾ ਨਹਿਰ ਦੇ ਵਿੱਚ। ਔਰ ਨਹਿਰ ਤੁਸੀਂ ਦੇਖ ਸਕਦੇ ਹੋ, ਨਹਿਰ ਦਾ ਪਾਣੀ ਕਿ ਬੜੀ ਸਪੀਡ ਦੇ ਨਾਲ ਨਹਿਰ ਦਾ ਪਾਣੀ ਜਿਹੜਾ ਉਹ ਚੱਲ ਰਿਹਾ। ਔਰ ਉਸ ਬੇਰਹਿਮ ਤਾਏ ਵੱਲੋਂ ਉਸ ਨਿੱਕੇ ਜਿਹੇ ਮਾਸੂਮ ਨੂੰ ਇਸ ਨਹਿਰ ਦੇ ਵਿੱਚ ਉਸ ਵੇਲੇ ਧੱਕਾ ਦੇ ਦਿੱਤਾ ਜਦੋਂ ਉਹ ਰਾਤ ਦਾ ਹੀ ਆਪਣੇ ਤਾਏ ਨਾਲ ਘਰੋਂ ਬਾਹਰ ਨਿਕਲਿਆ ਸੀ। ਕਿਹਾ ਜਾ ਰਿਹਾ ਕਿ ਰਾਤ 9 ਵਜੇ ਉਸ ਇਨਸਾਨ ਨੇ ਉਸ ਮਾਸੂਮ ਨੂੰ ਆਪਣੇ ਬਹਿਕਾਵੇ 'ਚ ਲਿਆ ਕੇ ਆਪਣੇ ਤਾਏ ਹੋਣ ਦਾ ਭਰੋਸਾ ਦੇ ਕੇ ਘਰੋਂ ਨਾਲ ਲੈ ਆਂਦਾ। ਔਰ ਇਸ ਗੁਰਦੁਆਰੇ ਜਿਹੜਾ ਆ ਉਹ ਸਾਰੀ ਰਾਤ ਰੁਕੇ ਨੇ। ਔਰ ਇਸ ਤੋਂ ਪਹਿਲਾਂ ਰੁਕਣ ਤੋਂ ਦੱਸਦੇ ਆ ਕਿ ਉਹ ਬੜੀਆਂ ਜਗ੍ਹਾ ਇਹੋ ਜਿਹੀਆਂ ਲੱਭਦਾ ਰਿਹਾ ਕਿ ਮੈਂ ਸਹਿਜਪ੍ਰੀਤ ਨੂੰ ਮੌਤ ਦੇ ਘਾਟ ਉਤਾਰ ਸਕਾਂ, ਪਰ ਸਬੱਬ ਨਹੀਂ ਬਣਿਆ। ਜਿੱਥੇ ਜੋ ਲਿਖਿਆ ਸੀ ਪ੍ਰਮਾਤਮਾ ਦੇ ਹੁਕਮ ਅਨੁਸਾਰ ਕਹਿੰਦੇ ਉਹ ਵਾਪਰਿਆ, ਪਰ ਉਸ ਘਟੀਆ ਤੇ ਸੌੜੀ ਮਾਨਸਿਕਤਾ ਵਾਲੇ ਇਨਸਾਨ ਦਾ ਜਿਹੜਾ ਆ ਉਹ ਕਰੂਪ ਚਿਹਰਾ ਇਹਨਾਂ ਤਸਵੀਰਾਂ ਰਾਹੀਂ ਤੁਸੀਂ ਦੇਖਦੇ ਹੋ ਆ ਰਹੇ ਹੋ ਸੋਸ਼ਲ ਮੀਡੀਆ 'ਤੇ, ਕਿ ਇਸ ਠਾਠਾਂ ਮਾਰਦੇ ਪਾਣੀ ਦੇ ਵਿੱਚ ਉਹ ਮਾਸੂਮ ਨੇ ਕਿਵੇਂ ਆਪਣਾ ਦਮ ਤੋੜਿਆ ਹੋਏਗਾ, ਕਿਵੇਂ ਉਹ ਗੁਰਦੁਆਰੇ ਦੀ ਸ਼ਰਨ ਲੈ ਕੇ ਇੱਥੇ ਰਾਤ ਠਹਿਰਿਆ ਕਿ ਮੈਂ ਆਪਣੇ ਤਾਏ ਦੇ ਨਾਲ ਬਿਲਕੁਲ ਸੇਫ ਹਾਂ ਔਰ ਮੈਂ ਘਰ ਜਿਹੜਾ ਆ ਸਹੀ ਸਲਾਮਤ ਪਹੁੰਚਾਂਗਾ। ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੀ ਮੌਤ ਦਾ ਤਾਣਾ ਬਾਣਾ ਇਹ ਇਨਸਾਨ ਜਿਹੜਾ ਇੱਕ ਰਾਤ ਤੋਂ ਉਹਦੇ ਨਾਲ ਰਹਿ ਰਿਹਾ ਹੈ ਉਹ ਪਹਿਲਾਂ ਹੀ ਬੁਣ ਚੁੱਕਾ ਹੈ ਔਰ ਕੁਝ ਸਮੇਂ ਬਾਅਦ ਜਿਹੜਾ ਉਹਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਦੱਸਿਆ ਜਾ ਰਿਹਾ ਕਿ ਇੱਥੋਂ ਸਵੇਰੇ ਜੋ ਪੁਲਿਸ ਨੂੰ ਸੀਸੀਟੀਵੀ ਹੱਥ ਲੱਗੀ ਹੈ ਕਿ ਸਹਿਜਪ੍ਰੀਤ ਨਿਕਲਿਆ ਇਸ ਸਵੇਰੇ ਇੱਥੋਂ। ਨਿਕਲਣ ਤੋਂ ਬਾਅਦ ਥੋੜ੍ਹਾ ਅੱਗੇ ਜਾ ਕੇ ਪੌੜੀਆਂ ਬਣੀਆਂ ਨੇ ਔਰ ਪੌੜੀਆਂ ਤੋਂ ਸਹਿਜਪ੍ਰੀਤ ਨੂੰ ਧੱਕਾ ਦੇ ਦਿੱਤਾ ਗਿਆ। ਜੋ ਪਰਿਵਾਰਕ ਮੈਂਬਰ ਕਹਿੰਦੇ ਨੇ, ਪੁਲਿਸ ਇਨਵੈਸਟੀਗੇਸ਼ਨ ਕਹਿੰਦੀ ਹੈ, ਉਸ ਦੇ ਮੁਤਾਬਕ ਇੱਥੇ ਉਹਨੂੰ ਧੱਕਾ ਦੇ ਕੇ ਪਾਣੀ ਦੇ ਭੇਟ ਕਰ ਦਿੱਤਾ ਗਿਆ ਔਰ ਡੁੱਬਣ ਦੇ ਕਾਰਨ ਉਹਦੀ ਮੌਤ ਹੋ ਗਈ। ਲਾਸ਼ ਇੱਥੋਂ ਪਾਣੀ ਦੇ ਵਹਾਅ ਨਾਲ ਅੱਗੇ ਨੂੰ ਵਹਿ ਗਈ ਔਰ ਅੱਗੇ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਅਸੀਂ ਦੂਜੀ ਇੰਟਰਵਿਊ ਦੇ ਵਿੱਚ ਵਿਖਾਵਾਂਗੇ ਕਿ ਜਿੱਥੋਂ ਉਹਦੀ ਲਾਸ਼ ਬਰਾਮਦ ਹੋਈ ਹੈ। ਸੋ ਅਜਿਹੇ ਲੋਕਾਂ ਦੀ ਕੀ ਸਜ਼ਾ ਹੋਣੀ ਚਾਹੀਦੀ ਆ
ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਔਰ ਅਜਿਹੇ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਵਰਤਾਓ ਕਿਵੇਂ ਦਾ ਜਿਹੜਾ ਹੈ ਉਹ ਕੀਤਾ ਜਾਣਾ ਚਾਹੀਦਾ, ਨਿਆਂ ਪ੍ਰਣਾਲੀ ਉਹਦੇ ਲਈ ਕਿਹੜੀ ਸਜ਼ਾ ਘੜੇ, ਜ਼ਰੂਰ ਸਾਡੇ ਨਾਲ ਰਾਏ ਸਾਂਝੀ ਕਰਨਾ। ਸੋ ਮੈਂ ਆਪਣੇ ਸਹਿਯੋਗੀ ਕੈਮਰਾਮੈਨ ਤੇਜਵੀਰ ਕਰਨ ਦੇ ਨਾਲ ਗੁਰਿੰਦਰ ਸਿੰਘ ਬਾਠ, ਬਹੁਤ ਬਹੁਤ ਧੰਨਵਾਦ।